किताबन पुराण की पाप ही परपक जाते धर्म तसक जाते बरन गरक जाते सहित दान की देवी देव द्योरे संतोख सिंह दूर होते रीत मिट जाती कथा वेदन पुराण की श्री गुरु गोबिंद सिंह पावन परम सोरा श्री गुरु गोबिंद सिंह पावन परम सोर मूर्त न होती जाओ पै करुणा निदान की जिसमें है अमृत ज्ञान है मानक भगत बैराग श्री गुरु ग्रंथ साहिब बुद्ध बंदो कर अनुराग श्री गुर शब्द कमाए जेना जीते पंच बेकार तेन संतन को बंदना सिर चरणन परतार एक ओंकार सतगुरु तेह प्रसाद सच होए वाहेगुरु जी की फतेह है विघ्न विनाशन सोए वाहेगुरु जी की फतेह है विघ्न विनाशन सतनाम वाहिगुरु साहिब जीओ श्री गुरु को ताया संहारे जिसके गमने सदनम जारी रामदास सतगुरु पठाए व्यापति जे जंज चढ़ाए श्री गुरु को ताया संहारे जिसके गमने सदनम जारी वाहेगुरु जी का खालसा वाहेगुरु जी की फतेह। परम सन्मान सत्कारयोग जुगो जुग अटल शब्द गुरु चवर तखत छतर दे मालक दसां पातशाहियां दी जोत समरथ परतख हाਜ਼ਰ नाजर सतगुरु वालीए दो जहां हलत पलत दे रखियक धन धन साहिब सतगुरु आद श्री गुरु ग्रंथ साहिब जी महाराज ऐसे दीन दयाल पर उपकारी करना निधान सतगुरु पातशाह जी दी अपरे अपार किरपा रहमत बख्शिश दा सदका
ਸ਼੍ਰੀ ਦਸ਼ਮੇਸ਼ ਪਿਤਾ ਜੀ, ਸ਼੍ਰੀ ਕਲਗੀਧਰ ਜੀ, ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬ ਕਮਾਲ ਬਾਦਸ਼ਾਹ ਦਰਵੇਸ਼, ਅਰਸ਼ਾਂ ਫਰਸ਼ਾਂ ਦੇ ਮਾਲਕ, ਨੀਲੇ ਦੇ ਸ਼ਾਹੇ ਅਸਵਾਰ, ਦੇਗ ਤੇਗ ਦੇ ਧਣੀ, ਮਰਦ ਅਗੰਮੜੇ, ਸ਼ਾਹੇ ਸ਼ਾਹਨਸ਼ਾਹ, ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਮੁਬਾਰਕ ਪਾਕ ਅਸਥਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜੋ ਸਤਿਗੁਰੂ ਨੇ ਕਿਰਪਾ ਕੀਤੀ। ਗੁਰੂ ਬਖਸ਼ਿ ਉਦਮ ਉਪਰਾਲੇ ਦੁਆਰਾ ਸਾਹਿਬਾਂ ਜੀ ਦੇ ਮਹਾਨ ਸਥਾਨ ਤੇ ਪਹੁੰਚ ਕੇ ਸਤਿਗੁਰੂ ਪਾਤਸ਼ਾਹ ਨੂੰ ਨਤਮਸਤਕ ਹੁੰਦਿਆਂ, ਸਾਹਿਬਾਂ ਨੂੰ ਨਮਸਕਾਰ ਕਰਦਿਆਂ, ਸਤਿਗੁਰੂ ਦੇ ਦਰਸ਼ਨ ਦੀਦਾਰ ਕਰਦਿਆਂ, ਗੁਰ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਕੇ ਸਾਹਿਬਾਂ ਦੇ ਕੋਲ ਬੈਠ ਕਰਕੇ ਸਮੇਂ ਨੂੰ ਸਵਾਸਾਂ ਨੂੰ ਸਫਲਿਆ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਪਾਵਨ ਅਸਥਾਨ ਤੇ ਲੜੀਵਾਰ ਸਤਿਗੁਰੂ ਜੀ ਦੇ ਜੀਵਨ ਬਿਰਤਾਂਤ, ਗੁਰੂ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ। ਪੰਚਮ ਪਾਤਸ਼ਾਹ ਗੁਰਦੇਵ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਤੇ ਪੁੰਜ, ਸੇਵਾ ਤੇ ਸਿਮਰਨ ਦੀ ਮੂਰਤ, ਦੀਨਾ ਬੰਧੂ ਸਤਿਗੁਰੂ, ਪਰ ਉਪਕਾਰੀ ਸਤਿਗੁਰੂ, ਧੰਨ 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 ਸਤਿਗੁਰੂ ਪੰਚਮ ਪਾਤਸ਼ਾਹ ਗੁਰਦੇਵ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਪਾਵਨ ਪਵਿੱਤਰ ਜੀਵਨ ਬਿਰਤਾਂਤ, ਗੁਰੂ ਇਤਿਹਾਸ, ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਸਾਨੂੰ ਸਰਵਨ ਕਰਵਾ ਰਹੇ ਹਨ। ਪਾਵਨ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਦੂਰ ਨੇੜਿਓਂ ਚੱਲ ਕਰਕੇ ਆਏ ਹੋਏ ਜਗਿਆਸੂ ਪ੍ਰੇਮੀ ਗੁਰਸਿੱਖ ਸ਼ਰਧਾ ਭਾਵਨਾ ਵਾਲੇ ਗੁਰਸਿੱਖ ਪ੍ਰੇਮੀ ਜਨ ਬੇਨਤੀਆਂ ਕਰਦੇ ਹਨ ਕਿ ਮਹਾਰਾਜ ਜੀ ਸਾਡੀ ਆ ਇੱਛਾ ਹੈ, ਇਹ ਮਨ ਦਾ ਸੰਕਲਪ ਹੈ, ਮਨ ਦਾ ਫੁਰਨਾ ਹੈ, ਕਿਰਪਾ ਕਰੋ ਉਪਦੇਸ਼ ਬਖਸ਼ੋ। ਕੁਛ ਬੇਨਤੀ ਕਰਦੇ ਮਹਾਰਾਜ ਸਾਡੇ ਮਨ ਵਿੱਚ ਇਹ ਸ਼ੰਕਾ ਇਹ ਭਰਮ ਹੈ, ਇਹਦਾ ਸਮਾਧਾਨ ਕਰੋ, ਇਸ ਭਰਮ ਦੀ ਨਿਵਰਤੀ ਹੋ ਜਾਏ। ਕੁਛ ਐਸੇ ਨੇ ਜਿਹੜੇ ਆਲਾ ਦੁਆਲਾ ਵੇਖ ਕਰਕੇ, ਆਸੇ ਪਾਸੇ ਵੇਖ ਕਰਕੇ ਕਈ ਤਰ੍ਹਾਂ ਦੇ ਉਹਨਾਂ ਦੇ ਮਨ ਵਿੱਚ ਖਿਆਲ ਪੈਦਾ ਹੁੰਦੇ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਉਹਨਾਂ ਦੇ ਸੰਬੰਧ ਵਿੱਚ ਪ੍ਰਸ਼ਨ ਕਰਕੇ ਪੁੱਛਦੇ ਹਨ ਕਿ ਮਹਾਰਾਜ ਜੀ ਆਹ ਗੱਲ ਕਿਵੇਂ ਹੈ। ਸੋ ਗੁਰੂ ਸਾਹਿਬ ਜੀ ਮਹਾਰਾਜ ਉਹਨਾਂ ਦੇ ਸਵਾਲਾਂ ਦੇ ਪ੍ਰਸ਼ਨਾਂ ਦੇ ਯਥਾਯੋਗ ਯਥਾਰਥ ਉੱਤਰ ਦੇ ਕਰਕੇ ਉਹਨਾਂ ਦੇ ਮਨ ਦੀ ਤਸੱਲੀ ਕਰਵਾਉਂਦੇ ਹਨ ਔਰ ਨਾਲ ਹੀ ਨਾਮ ਬਾਣੀ ਦਾ ਅਭਿਆਸ ਕਰਨ ਦੀ, ਧਾਰਨ ਕਰਨ ਦੀ, ਗੁਰੂ ਦੇ ਸ਼ਬਦ ਨੂੰ ਕਮਾਉਣ ਦੀ ਵੀ ਸਿੱਖਿਆ ਸਾਹਿਬ ਜੀ ਦਿੰਦੇ ਹਨ। ਭਾਈ ਰਾਮਾ, ਭਾਈ ਹੇਮੂ, ਭਾਈ ਜੱਟੂ, ਤਿੰਨ ਗੁਰਸਿੱਖ ਪ੍ਰੇਮੀ ਜਨ ਸ਼ਾਦਰੇ ਨਗਰ ਦੇ ਰਹਿਣ ਵਾਲੇ ਚੱਲ ਕੇ ਸਾਹਿਬਾਂ ਦੇ ਹਜ਼ੂਰ ਸ਼ਰਨ ਵਿੱਚ ਆਏ, ਚਰਨ ਕਮਲਾਂ ਤੇ ਸੀਸ ਨਵਾਇਆ, ਪ੍ਰਸ਼ਨ ਕੀਤਾ ਮਹਾਰਾਜ ਅਸੀਂ ਕਥਾ ਤੇ ਕੀਰਤਨ ਹਮੇਸ਼ਾ ਹੀ ਪ੍ਰੇਮ ਦੇ ਨਾਲ ਰੁਚੀ ਨਾਲ ਸੁਣਦੇ ਹਾਂ, ਪਰ ਸਾਡੇ ਮਨ ਵਿੱਚ ਗੁਰੂ ਦਾ ਉਪਦੇਸ਼ ਨਹੀਂ ਵਸਦਾ। ਔਰ ਮੈਂ ਨਹਿ ਠਹਿਰੇ ਠਹਿਰਾਏ, ਕਿਮ ਕਲਿਆਣ ਅੰਤ ਕੋ ਪਾਏ। ਸਤਿਗੁਰੂ ਸਾਹਿਬ ਜੀ ਦਾ ਉਪਦੇਸ਼ ਹਿਰਦੇ ਮਨ ਵਿੱਚ ਵਸਾਉਣ ਦੇ ਨਾਲ ਵੀ ਨਹੀਂ ਵਸਦਾ, ਟਿਕਾਇਆ ਵੀ ਨਹੀਂ ਟਿਕਦਾ। ਅੰਤ ਸਾਡੀ ਕਲਿਆਣ ਕਿਵੇਂ ਹੋਵੇਗੀ, ਅਸੀਂ ਕਿਵੇਂ ਬੰਧਨਾਂ ਤੋਂ ਮੁਕਤ ਹੋ ਜਾਵਾਂ ਸਕਾਂਗੇ, ਮਹਾਰਾਜ ਸਾਡੀ ਗਤੀ ਕਿਵੇਂ ਹੋਵੇਗੀ। ਇਹ ਸਵਾਲ ਕੀਤਾ ਸਾਹਿਬਾਂ ਦੇ ਹਜ਼ੂਰ। ਸੁਭਾਏਮਾਨ ਮੁਖ ਤੋਂ ਸਾਹਿਬਾਂ ਨੇ ਕਿਹਾ ਕਿ ਗੁਰਸਿੱਖੋ, ਸਭ ਤੋਂ ਪਹਿਲਾਂ ਸੁਣਨ ਵਾਸਤੇ ਪ੍ਰੇਮ ਚਾਹੀਦਾ ਹੈ।
ਪ੍ਰੇਮ ਨਾਲ ਸੁਣਿਆ ਹੋਇਆ ਗੁਰੂ ਦਾ ਸ਼ਬਦ ਕਦੀ ਵਿਸਰਦਾ ਨਹੀਂ, ਕਦੀ ਭੁੱਲਦਾ ਨਹੀਂ ਹੈ। ਪੂਰਬ ਸੁਣੇ ਪ੍ਰੇਮ ਕਰ ਕਾਨਾ, ਪਹਿਲਾਂ ਪ੍ਰੇਮ ਕਰਕੇ ਸਰਵਨ ਕਰੇ ਗੁਰੂ ਦਾ ਉਪਦੇਸ਼, ਗੁਰੂ ਦਾ ਸ਼ਬਦ, ਸਤਿਗੁਰੂ ਦੀ ਸਿੱਖਿਆ। ਅਗਲੀ ਸਟੇਜ ਹੈ ਦੂਜੇ ਨੰਬਰ ਤੇ ਕਰੇ ਮੰਨਨ ਨਿਧਿਆਸਨ, ਫੇਰ ਦੂਜੇ ਨੰਬਰ ਤੇ ਮੰਨਨ ਕਰ ਲਵੇ। ਤੇ ਜਿਨ੍ਹਾਂ ਨੇ ਮੰਨ ਲਿਆ ਨਾ, ਮੰਨੇ ਕੀ ਗਾਤ ਕਹੀ ਨਾ ਜਾਏ, ਉਹਨਾਂ ਦੀ ਅਵਸਥਾ ਨਹੀਂ ਕਹੀ ਜਾ ਸਕਦੀ, ਕਿੰਨੀ ਉੱਚੀ ਅਵਸਥਾ ਦੇ ਉਹ ਮਾਲਕ ਬਣ ਜਾਂਦੇ ਹਨ। ਤੀਜੀ ਸਟੇਜ ਹੈ ਨਿਧਿਆਸਨ ਕਰਨਾ। ਨਿਧਿਆਸਨ ਕਹਿੰਦੇ ਨੇ ਕਮਾਈ ਕਰਨ ਨੂੰ, ਮਨ ਦੀਆਂ ਬਿਰਤੀਆਂ ਨੂੰ ਹੋਰ ਪਾਸੇ ਤੋਂ ਰੋਕ ਕਰਕੇ, ਮਨ ਦੀਆਂ ਹੋਰ ਬਿਰਤੀਆਂ ਦਾ ਤਿਆਗ ਕਰਕੇ ਮਾਲਕ ਦੇ ਰੂਪ ਵਿੱਚ ਜੁੜਨਾ, ਲੀਨ ਹੋਣਾ, ਇਹਦਾ ਨਾਮ ਨਿਧਿਆਸਨ ਹੈ, ਸਾਧਨਾ ਕਰਨੀ। ਜਦੋਂ ਇਹ ਤਿੰਨੇ ਚੀਜ਼ਾਂ ਇਕੱਠੀਆਂ ਹੋ ਜਾਣ, ਪ੍ਰੇਮ ਨਾਲ ਸੁਣਿਆ ਜਾਏ, ਪ੍ਰੇਮ ਨਾਲ ਮੰਨਿਆ ਜਾਏ, ਪ੍ਰੇਮ ਨਾਲ ਕਮਾਈ ਕੀਤੀ ਜਾਏ, ਤਬ ਠਹਿਰੇ ਸਿੱਖ ਕੇ ਉਰ ਮਾਹੇ, ਰਹੇ ਵਿਚਾਰਤ ਬਿਸਰੈ ਨਾਹੀ। ਤਦੋਂ ਸਤਿਗੁਰੂ ਦਾ ਉਪਦੇਸ਼, ਸਤਿਗੁਰੂ ਦੀ ਸਿੱਖਿਆ ਸਿੱਖ ਦੇ ਮਨ ਵਿੱਚ ਪ੍ਰਪੱਕ ਹੋ ਜਾਂਦੀ, ਠਹਿਰ ਜਾਂਦੀ, ਵਸ ਜਾਂਦੀ ਹੈ। ਫਿਰ ਇਹ ਉਪਦੇਸ਼, ਇਹ ਸਿੱਖਿਆ ਕਦੀ ਨਹੀਂ ਭੁੱਲਦੀ। ਬੇਨਤੀ ਸਾਹਿਬਾਂ ਨੂੰ ਕੀਤੀ, ਮਹਾਰਾਜ ਕਿਰਪਾ ਕਰੋ। ਸਾਹਿਬਾਂ ਦੱਸਿਆ ਕਿ ਸੁਣਨਾ ਵੀ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਤਾਂ ਉਹ ਸੁਣਨਾ, ਸਾਧ ਸੰਗਤ 'ਚ ਆ ਕੇ ਬੈਠ ਗਏ ਪਰ ਮਨ ਨਹੀਂ ਟਿਕਿਆ, ਮਨ ਦਸੀਂ ਪਾਸੀਂ ਦੌੜਦਾ ਰਿਹਾ, ਕਦੀ ਉੱਧਰ ਕਦੀ ਉੱਧਰ। ਕੀ ਕਿਹਾ ਜਾ ਰਿਹਾ ਸੰਗਤ ਵਿੱਚ, ਕੀ ਸੁਣਾਇਆ ਜਾ ਰਿਹਾ, ਕੋਈ ਨਹੀਂ ਸੁਣਿਆ, ਬੈਠ ਤਾਂ ਗਏ। ਸੋ ਇਹੋ ਜਿਹੇ ਬੈਠਣ ਦਾ ਜਿਹੜਾ ਲਾਭ ਹੈ, ਤਨਕ ਮਾਤਰ ਬੜਾ ਥੋੜ੍ਹਾ ਹੈ, ਭੂਤਾਂ ਦੀ ਅੱਗ ਤਰ੍ਹਾਂ ਹੈ, ਇਹਦੇ ਨਾਲ ਪਾਪ ਨਹੀਂ ਸੜ ਸਕਦੇ। ਸੋ ਇੱਕ ਸਿੱਖ ਐਸੇ ਨੇ ਜਿਹੜੇ ਮਨ ਕਰਕੇ ਸੁਣਦੇ ਹਨ, ਮਨ ਟਿਕਾ ਕਰਕੇ। ਇੱਕ ਮਨ ਹੋਏ ਸੁਣੇ ਸਿੱਖ ਜੋਏ, ਸੋ ਚੁੱਲ੍ਹੇ ਕੀ ਅਗਨ ਵਿਚਾਰ, ਸਭ ਕਾਰਜ ਕੋ ਦੇਤ ਸਵਾਰ। ਉਹ ਚੁੱਲ੍ਹੇ ਦੀ ਅੱਗ ਦੇ ਸਮਾਨ ਸਮਝੋ, ਜੋ ਸਾਰੇ ਕਾਰਜਾਂ ਨੂੰ ਸਵਾਰ ਦਿੰਦੀ, ਪਾਣੀ ਪਾ ਕੇ ਫਿਰ ਬੁਝਾ ਦੇਈਦੀ ਹੈ, ਤੇ ਕੰਮ ਵੀ ਉਹਦੇ ਤੋਂ ਸਾਰ ਲਈਦਾ ਹੈ, ਤੁਰੰਤ ਹੀ ਬੁੱਝ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਘਰ ਦੇ ਕੰਮ ਧੰਦੇ ਜਾ ਕੇ ਕਰਦੇ, ਉਹਨਾਂ ਨੂੰ ਫਿਰ ਨਾਮ ਵਿਸਰ ਜਾਂਦਾ ਹੈ। ਸੋ ਜੇਕਰ ਤੁਸੀਂ ਪ੍ਰੇਮ ਨਾਲ ਮੰਨਣ ਕਰਕੇ ਕਮਾਈ ਕਰੋਗੇ, ਉਹ ਫਿਰ ਪਾਵਕ ਤੜਤਾ ਕੀ ਸਮ ਸੋਏ, ਉਹ ਬਿਜਲੀ ਦੀ ਅੱਗ ਦੀ ਤਰ੍ਹਾਂ ਹੈ, ਜਿਹੜੀ ਬਹੁਤ ਭਾਰੀ ਪ੍ਰਜਵਲਿਤ ਹੁੰਦੀ ਹੈ, ਪਾਣੀ ਵਿੱਚ ਰਹਿੰਦੀ ਹੈ ਬੜਵਾ ਅਗਨ ਦੀ ਤਰ੍ਹਾਂ, ਪਰ ਉਹ ਕਿਸੇ ਤਰ੍ਹਾਂ ਬੁਝਾਇਆ ਨਹੀਂ, ਬੁਝਦੀ ਆਪਣਾ ਕੰਮ ਕਰੀ ਜਾਂਦੀ ਹੈ। ਸੋ ਜਿਹੜਾ ਮਨੁੱਖ ਹਰ ਸਮੇਂ ਸਿਮਰਨ ਨੂੰ ਸੰਭਾਲ ਕੇ ਰੱਖਦਾ ਹੈ, ਨਾਮ ਯਾਦ ਕਰਦਾ, ਚੇਤੇ ਕਰਦਾ ਹੈ, ਨਿਧਿਆਸਨ ਕਰਦਾ ਹੈ, ਵਿਚਾਰਦਾ ਹੈ, ਕਮਾਉਂਦਾ ਹੈ, ਤਨ ਮਨ ਤੇ ਹੋਵੇ ਬਹੁ ਪਾਵਨੋ, ਤਨ ਕਰਕੇ ਮਨ ਕਰਕੇ ਪਵਿੱਤਰ ਹੋ ਜਾਂਦਾ ਹੈ। ਅਖੀਰ ਇੱਕ ਦਿਨ ਐਸਾ ਆਉਂਦਾ ਹੈ ਕਿ ਉਸ ਨੂੰ ਬ੍ਰਹਮ ਗਿਆਨ ਦੀ, ਬ੍ਰਹਮ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਔਰ ਸਖਿਆਤ ਕਾਰਜ ਨਕੀਨਾ, ਨਭ ਸਮ ਸਭ ਮੈਂ ਬ੍ਰਹਮ ਸੋਚੀਨਾ। ਉਹਨਾਂ ਦੇ ਹਿਰਦੇ 'ਚ ਬ੍ਰਹਮ ਜਿਹੜਾ ਸਖਿਆਤਕਾਰ ਪ੍ਰਤੱਖ ਪ੍ਰਗਟ ਹੋ ਜਾਂਦਾ ਹੈ, ਸਾਰਿਆਂ ਵਿੱਚ ਆਕਾਸ਼ ਦੀ ਤਰ੍ਹਾਂ ਬ੍ਰਹਮ ਨੂੰ ਵੇਖ ਲੈਂਦੇ ਨੇ। ਇਸ ਵਾਸਤੇ ਪਹਿਲਾਂ ਤੁਸੀਂ ਪ੍ਰੇਮ ਨਾਲ ਸਰਵਣ ਕਰੋ, ਫਿਰ ਪ੍ਰੇਮ ਨਾਲ ਮੰਨਣ ਕਰੋ, ਫਿਰ ਪ੍ਰੇਮ ਨਾਲ ਨਿਧਿਆਸਨ ਕਰੋ। ਅਕਾਲ ਪੁਰਖ ਵਾਹਿਗੁਰੂ ਤੁਹਾਡੇ ਹਿਰਦੇ 'ਚ ਸਖਿਆਤਕਾਰ ਹੋਵੇਗਾ, ਜੰਮਣ ਤੇ ਮਰਨ ਦੇ ਸਾਰੇ ਬੰਧਨ ਮੁੱਕ ਜਾਣਗੇ, ਜੀਵਨ ਮੁਕਤ ਅਵਸਥਾ ਨੂੰ ਪ੍ਰਾਪਤ ਕਰੋਗੇ। ਫਿਰ ਕਾਲ ਦੀ ਅੱਗ ਜਿਹੜੀ ਤੁਹਾਡੇ 'ਤੇ ਪ੍ਰਭਾਵ ਨਹੀਂ ਪਾ ਸਕੇਗੀ, ਬ੍ਰਹਮ ਸਰੂਪ ਹੋ ਜਾਵੋਗੇ, ਬ੍ਰਹਮ ਵਿੱਚ ਟਿਕ ਜਾਵੋਗੇ, ਇੱਕ ਰੂਪ ਹੋ ਜਾਏਗੇ। ਐਸਾ ਸਿੱਖਾਂ ਨੇ ਸਾਹਿਬਾਂ ਕੋਲ ਉਪਦੇਸ਼ ਸੁਣਿਆ, ਕਮਾਇਆ, ਮੰਨਿਆ, ਪਰਮ ਗਤੀ ਨੂੰ ਪ੍ਰਾਪਤ ਕੀਤਾ। ਅੱਗੇ ਜਿਵੇਂ ਭਾਈ ਸਾਹਿਬ ਜੀ ਅਗਲੀ ਵਾਰਤਾ, ਅਗਲੀ ਸਾਖੀ ਸੁਣਾ ਰਹੇ ਨੇ, ਸ਼ਰਧਾ ਭਾਵਨਾ ਦੇ ਸਹਿਤ ਸਰਵਣ ਕਰੀਏ ਜੀ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸ੍ਰੀ ਗੁਰ ਕੋ ਤਾਇਆ ਸੰਹਾਰੇ,
जिसके गमने सदन मझारी। ਪੰਚਮ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦੇ ਤਾਇਆ ਜੀ ਭਾਈ ਸਹਾਰੀ ਮੱਲ ਜੀ, ਜਿਨ੍ਹਾਂ ਦੇ ਗ੍ਰਹਿ ਵਿਖੇ ਕਿਸੇ ਸਮੇਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਭੇਜੇ ਹੋਏ ਕੱਲੇ ਹੋਏ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਲਾਹੌਰ ਗਏ ਸਨ। ਪੁੱਤਰ ਦੀ ਸ਼ਾਦੀ ਸੀ। ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਇਆ, ਗੁਰੂ ਰਾਮਦਾਸ ਜੀ ਨੂੰ ਬੇਨਤੀ ਕੀਤੀ ਸੀ। ਉਹ ਪਿੱਛੇ ਇਤਿਹਾਸ ਆ ਚੁੱਕਾ ਹੈ ਕਿ ਮਹਾਰਾਜ ਕਿਰਪਾ ਕਰੋ, ਵਿਆਹ ਦੇ ਕਾਰਜਾਂ ਵਿੱਚ ਆਪ ਜੀ ਆਓ, ਸੰਗਤਾਂ ਨੂੰ ਦਰਸ਼ਨ ਬਖਸ਼ੋ, ਸ਼ਾਮਲ ਹੋਵੋ। ਤਾਂ ਸਾਹਿਬਾਂ ਕਿਹਾ ਸੀ ਕਿ ਸਾਡਾ ਆਉਣਾ ਮੁਨਾਸਬ ਨਹੀਂ ਹੈ। ਸਾਡਾ ਵਿਆਹ ਦੇ ਕਾਰਜ ਆਇਆ ਸੁਣ ਕੇ ਸਿੱਖ ਸੰਗਤਾਂ ਬੇਅੰਤ ਆ ਜਾਣਗੀਆਂ, ਨਾ ਤਾਂ ਚੰਗੇ ਢੰਗ ਨਾਲ ਸਿੱਖ ਸੰਗਤਾਂ ਦੀ ਟਹਿਲ ਸੇਵਾ ਹੋ ਸਕੇਗੀ ਅਤੇ ਨਾ ਹੀ ਫਿਰ ਤੁਹਾਡੇ ਵਿਆਹ ਦੇ ਕਾਰਜ ਜਿਹੜੇ ਨੇ ਉਹ ਧਿਆਨ ਦੇ ਨਾਲ ਕੀਤੇ ਜਾ ਸਕਦੇ ਹਨ। ਤੁਸੀਂ ਸੰਗਤਾਂ ਸੰਭਾਲੋਗੇ ਕਿ ਵਿਆਹ ਦੇ ਕਾਰਜ ਕਰੋਗੇ, ਇਸ ਵਾਸਤੇ ਇਹ ਗੱਲ ਅਸੰਭਵ ਹੈ, ਅਣਬੰਜੀ ਵਾਲੀ ਹੈ। ਸੋ ਅਸੀਂ ਆਪਣੀ ਤਰਫੋਂ ਆਪਣਾ ਸੁਪੁੱਤਰ ਭੇਜਦੇ ਹਾਂ। ਸੋ ਤਾਇਆ ਜੀ ਨੇ ਜਦੋਂ ਬੇਨਤੀ ਕੀਤੀ ਸੀ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਉਹਨਾਂ ਨਾਲ ਗਏ ਸਨ। ਉਹ ਭਾਈ ਸਾਹਿਬ ਜੀ ਨੇ ਇੱਥੇ ਜ਼ਿਕਰ ਕੀਤਾ ਹੈ, ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਉਹ ਚਾਚੇ ਤਾਏ ਦੇ ਪੁੱਤਰ ਸਨ ਆਪਸ ਵਿੱਚ ਸਤਿਗੁਰੂ ਪਾਤਸ਼ਾਹ ਤੇ ਸਹਾਰੀ ਮੱਲ ਜੀ। ਇਸ ਵਾਸਤੇ ਸਾਹਿਬਾਂ ਦਾ ਉਹ ਤਾਇਆ ਲੱਗਦਾ ਸੀ, ਗੁਰੂ ਰਾਮਦਾਸ ਪਾਤਸ਼ਾਹ ਜੀ ਤੋਂ ਵੱਡਾ ਸੀ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਹ ਸਕੇ ਭਾਈ ਨਹੀਂ ਸਨ, ਪਰ ਸ਼ਰੀਕੇ ਦੇ ਵਿੱਚੋਂ ਭਰਾ ਲੱਗਦੇ ਸਨ, ਸਹਾਰੀ ਮੱਲ ਜੀ। ਉਹਨਾਂ ਦੇ ਪੁੱਤਰ ਦੀ ਸ਼ਾਦੀ 'ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੇ ਘਰ ਗਏ ਸਨ। ਰਾਮਦਾਸ ਸਤਿਗੁਰੂ ਪਠਾਏ, ਵਿਆਹ ਭਤੀਜੇ ਜੰਝ ਚੜਾਏ। ਗੁਰੂ ਰਾਮਦਾਸ ਸਤਿਗੁਰੂ ਪਾਤਸ਼ਾਹ ਨੇ ਪਠਾਏ, ਭੇਜੇ ਸਨ ਕਿ ਜਾਓ ਤੁਸੀਂ ਜੋ ਸਾਡੇ ਭਤੀਜੇ ਦੀ ਸ਼ਾਦੀ ਵਿਆਹ ਹੈ ਉੱਥੇ ਜਾਓ। ਜੰਝ ਚੜਾਏ ਤੁਸੀਂ ਨਾਲ, ਜੰਝ 'ਚ ਜਾਣਾ, ਵਿਆਹ ਦੇ ਸਾਰੇ ਕਾਰਜ ਤੁਸੀਂ ਵਿੱਚ ਹੋ ਕੇ ਕਰਵਾਉਣੇ ਹਨ। ਸੋ ਬਹੁ ਬਿਰਧ ਹੋਈ ਕਰ ਆਵਾ, ਚਹਿਤ ਸ਼ਰੇ ਜਗ ਦੁਖ ਲਖ ਪਾਵਾ। ਉਹ ਭਾਈ ਸਹਾਰੀ ਮੱਲ ਜੀ ਸਾਹਿਬਾਂ ਦਾ ਤਾਇਆ ਜੀ ਬੜਾ ਬਿਰਧ ਹੋ ਗਿਆ, ਬਜ਼ੁਰਗ ਹੋ ਗਿਆ, ਉਮਰ ਕਰਕੇ ਵੱਡੀ ਉਮਰ ਹੋ ਗਈ, ਬਜ਼ੁਰਗ ਅਵਸਥਾ ਸੀ ਜਦੋਂ ਚੱਲ ਕੇ ਸਾਹਿਬਾਂ ਦੇ ਹਜ਼ੂਰ ਆਇਆ। ਕੀ ਚਾਹੁੰਦਾ ਹੈ? ਚਹਿਤ ਸ਼ਰੇ, ਸ਼ਰੇ ਹੁੰਦੀ ਕਲਿਆਣ, ਜਗ ਦੁੱਖ ਲਖ ਪਾਵਾ, ਸੰਸਾਰ ਨੂੰ ਦੁੱਖ ਲੱਖ, ਦੁੱਖ ਰੂਪ ਜਾਣ ਲਿਆ। ਲੱਖ ਦਾ ਅਰਥ ਹੁੰਦਾ ਜਾਣ ਲੈਣਾ। ਸੋ ਜਗ ਦੁੱਖ ਲੱਖ ਪਾਵਾ, ਸੰਸਾਰ ਨੂੰ ਦੁੱਖ ਰੂਪ ਜਿਹੜਾ ਸੀ ਨਾ ਉਹ ਜਾਣ ਲਿਆ, ਸਮਝ ਲਿਆ। ਇਸ ਵਾਸਤੇ ਚਾਹੁੰਦਾ ਹੈ ਕਿ ਇਸ ਸੰਸਾਰ ਵਿੱਚ ਰਹਿੰਦਿਆਂ ਕਲਿਆਣ ਪ੍ਰਾਪਤ ਹੋ ਜਾਵੇ, ਮੁਕਤੀ ਹੋ ਜਾਵੇ। ਮਿਲ ਕਰ ਰਹਿਓ ਸੁਧਾ ਸਰ ਮਾਹੀ, ਕਰਨ ਸੇਵ ਸਤਿਗੁਰ ਕੀ ਚਾਹੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਆ ਕੇ ਮਿਲਿਆ, ਸਾਹਿਬਾਂ ਦੇ ਦਰਸ਼ਨ ਦਿਦਾਰ ਕੀਤੇ, ਸੁਧਾਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਕੇ ਰਿਹਾ। ਚਾਹੁੰਦਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਦੀ ਸੇਵਾ ਕਰਾਂ। ਵੱਡੋ ਜਾਨ ਕਰ ਦੇਤ ਹਟਾਏ, ਸਿੱਖਨ ਸੇਵਾ ਕਰੈ ਬਨਾਏ। ਗੁਰੂ ਪਾਤਸ਼ਾਹ ਜੀ ਤਾਇਆ ਜੀ ਨੂੰ ਵਡੇਰੀ ਉਮਰ ਦਾ ਜਾਣ ਕਰਕੇ, ਬਜ਼ੁਰਗ ਜਾਣ ਕਰਕੇ ਰੋਕ ਦਿੰਦੇ ਹਨ। ਤੇ ਸਾਹਿਬ ਜੀ ਕਹਿੰਦੇ ਤੁਸੀਂ ਗੁਰਸਿੱਖਾਂ ਦੀ ਸੇਵਾ ਕਰਕੇ ਜਨਮ ਸਫਲਾ ਕਰੋ। ਸੋ ਸਿੱਖਣ ਸੇਵਾ ਕਰਹਿ ਬਨਾਏ। ਭਾਈ ਸਹਾਰੀ ਮੱਲ ਜੀ ਸਿੱਖਾਂ ਦੀ ਸੇਵਾ ਬੜੀ ਸ਼ਰਧਾ ਭਾਵਨਾ ਦੇ ਨਾਲ ਬਣਾ ਕੇ ਕਰਦਾ ਹੈ। ਚਰਨ ਪਖਾਰੈ ਹਾਕੈ ਪੌਨ, ਬਾਸਨ ਮਾਂਜੈ ਝੂਠੇ ਭੌਨ। ਕਿਹੜੀ ਕਿਹੜੀ ਸੇਵਾ ਕਰਦਾ? ਭਾਈ ਸਾਹਿਬ ਦੱਸ ਰਹੇ ਨੇ, ਸਿੱਖਾਂ ਗੁਰੂ ਕੇ ਸਿੱਖਾਂ ਦੇ ਚਰਨ ਪਖਾਰੇ, ਪਖਾਰੇ ਹੁੰਦੇ ਧੋਣੇ, ਚਰਨ ਧੋਣ ਦੀ ਸੇਵਾ ਕਰਦਾ। ਹਾਂਕੇ ਪਾਉਣ, ਗਰਮੀ ਦੇ ਮੌਸਮ ਵਿੱਚ ਹਵਾ ਝੱਲਦਾ ਹੈ, ਪੱਖਾ ਝੱਲਣ ਦੀ ਸੇਵਾ ਕਰਨੀ। ਬਾਸਨ ਮਾਂਜੇ, ਭਾਂਡੇ ਮਾਂਜਦੇ ਹਨ। ਝੂਠੇ ਭਾਉਣ, ਜੋ ਗੁਰੂ ਕੇ ਲੰਗਰ ਵਿੱਚ, ਗੁਰੂ ਘਰ ਵਿੱਚ ਜੋ ਝੂਠੇ ਬਰਤਨ ਹਨ
ਸੋ ਉਹਨਾਂ ਬਰਤਨਾਂ ਨੂੰ ਮਾਂਜਣ ਦੀ, ਸਾਫ਼ ਕਰਨ ਦੀ ਸੇਵਾ ਕਰਦਾ ਹੈ। ਭਗਤ ਹਿਰਦੈ ਅਕਰੂਰ ਸਮਾਨਾ, ਜਥਾ ਕ੍ਰਿਸ਼ਨ ਮੈਂ ਨਿਸ਼ਚੈ ਠਾਨਾ। ਗੁਰੂ ਪਾਤਸ਼ਾਹ ਦਾ ਐਸਾ ਭਗਤ ਹੈ ਜਿਸ ਤਰ੍ਹਾਂ ਅਕਰੂਰ ਭਗਤ ਸੀ। ਦੁਆਪਰ ਯੁੱਗ ਦੇ ਵਿੱਚ ਇੱਕ ਅਕਰੂਰ ਨਾਮੇ ਭਗਤ ਹੋਇਆ, ਸ਼੍ਰੀ ਕ੍ਰਿਸ਼ਨ ਜੀ ਦਾ ਉਹ ਚਾਚਾ ਲੱਗਦਾ ਸੀ। ਬੜਾ ਸ਼੍ਰੀ ਕ੍ਰਿਸ਼ਨ ਜੀ ਦਾ ਭਗਤ ਸੀ, ਬੜਾ ਪਿਆਰ ਕਰਦਾ ਸੀ। ਸੋ ਭਗਤ ਹਿਰਦੇ ਵਿੱਚ ਭਗਤੀ ਕਿਸ ਤਰ੍ਹਾਂ ਦੀ ਹੈ? ਅਕਰੂਰ ਸਮਾਨਾ, ਜਿਵੇਂ ਅਕਰੂਰ ਦੇ ਮਨ ਵਿੱਚ ਸ਼੍ਰੀ ਕ੍ਰਿਸ਼ਨ ਜੀ ਦੀ ਭਗਤੀ, ਪ੍ਰੇਮ, ਪਿਆਰ ਤੇ ਸਨੇਹ ਮੁਹੱਬਤ ਸੀ। ਜਥਾ ਕ੍ਰਿਸ਼ਨ ਮੈਂ ਨਿਸ਼ਚੈ ਠਾਨਾ, ਜਿਵੇਂ ਅਕਰੂਰ ਜੀ ਦਾ ਨਿਸ਼ਚਾ, ਭਰੋਸਾ ਸ਼੍ਰੀ ਕ੍ਰਿਸ਼ਨ ਜੀ ਦੇ ਵਿੱਚ ਸੀ, ਬੜੀ ਸ਼ਰਧਾ ਭਾਵਨਾ ਰੱਖਦਾ ਸੀ। ਤਿਮ ਸ਼੍ਰੀ ਅਰਜਨ ਕੋ ਮਨ ਜਾਣੈ, ਪ੍ਰਥਮ ਜਨਮ ਕੀ ਗਿਆਤ ਪਛਾਨੈ। ਤੇਵੇਂ ਭਾਈ ਸਹਾਰੀ ਜੀ ਸ਼੍ਰੀ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਆਪਣੇ ਮਨ ਵਿੱਚ ਜਾਣਦਾ ਹੈ। ਸੇਵਾ ਕਰਦਿਆਂ ਕਰਦਿਆਂ ਇਹਨੂੰ ਪ੍ਰਥਮ ਜਨਮ ਦੀ, ਪਿਛਲੇ ਜਨਮ ਦੀ ਜਿਹੜੀ ਗਿਆਤ ਸੋਝੀ ਹੋਗੀ, ਗਿਆਤ ਪਛਾਨੇ, ਸੋਝੀ ਨੂੰ ਪਛਾਣਦਾ ਹੈ। ਪਿਛਲੇ ਸਰੂਪ ਦੀ ਲਖਤਾ ਜਾਣਦਾ ਹੈ ਕਿ ਮੈਂ ਪਿਛਲੇ ਜਨਮ ਵਿੱਚ ਕੀ ਸੀ। ਇਹ ਸੋਝੀ ਇਸ ਨੂੰ ਆ ਗਈ। ਇਸ ਬਿਦ ਦੇਖ ਦਇਆ ਕੋ ਠਾਨੀ, ਨਿਕਟ ਹਕਾਰਿਓ ਗੁਰੂ ਬਖਾਨੇ। ਇਸ ਬਿਦ ਦੇਖ, ਇਸ ਤਰ੍ਹਾਂ ਵੇਖ ਕੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੀ ਸ਼ਰਧਾ ਭਾਵਨਾ, ਦਇਆ ਕੋ ਠਾਨੀ, ਬੜੀ ਦਇਆ ਕੀਤੀ। ਠਾਨੀ ਹੁੰਦੀ ਕੀਤੀ। ਸਾਹਿਬਾਂ ਬੜੀ ਦਇਆ ਕਿਰਪਾ ਕੀਤੀ ਇਹਦੇ ਉੱਪਰ, ਤੇ ਨਿਕਟ ਹਕਾਰਿਓ, ਆਪਣੇ ਕੋਲ ਬੁਲਾਇਆ। ਹਕਾਰਿਓ ਹੁੰਦਾ ਸੱਦਣਾ, ਬੁਲਾਉਣਾ। ਆਪਣੇ ਕੋਲ ਸੱਦਿਆ, ਕੋਲ ਬੁਲਾਇਆ ਤੇ ਗੁਰੂ ਬਖਾਨੇ, ਗੁਰੂ ਸਾਹਿਬ ਨੇ ਇਸ ਤਰ੍ਹਾਂ ਆਖਿਆ, ਤੁਮ ਹੋ ਬੜੇ ਲਗਤ ਹੋ ਤਾਏ, ਹਮਕੋ ਚਹਤ ਸੇਵਕ ਮਾਏ। ਸਾਹਿਬ ਜੀ ਕਹਿਣ ਲੱਗੇ ਤੁਸੀਂ ਵੱਡੇ ਹੋ ਉਮਰ ਵਿੱਚ, ਰਿਸ਼ਤੇਦਾਰੀ ਵਿੱਚ ਵੀ ਵੱਡੇ ਸਾਡੇ ਤਾਇਆ ਜੀ ਲੱਗਦੇ ਹੋ, ਤੇ ਸਗੋਂ ਸਾਨੂੰ ਚਾਹੀਦੀ ਹੈ ਕਿ ਤੁਹਾਡੀ ਸੇਵਾ ਬਣਾ ਕੇ ਕੀਤੀ ਜਾਏ। ਸੁਨ ਕਰ ਜੋਰੇ ਅਰਜ਼ ਗੁਜ਼ਾਰੀ, ਮਚ ਕਚ ਬਾਵਰ ਤਨ ਧਾਰੀ। ਸੁਣ ਕਰਕੇ ਸਾਹਿਬਾਂ ਦੇ ਭਜਨ ਇਸਨੇ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ, ਬੇਨਤੀ ਕੀਤੀ, ਮਹਾਰਾਜ ਮਛ, ਕਛ ਤੇ ਬਾਮਨ ਇਹ ਤਿੰਨ ਅਵਤਾਰ ਹਨ। ਬਾਮਨ ਅਵਤਾਰ, ਕਛ ਤੇ ਮਛ ਸਰਯੁਗ ਦੇ ਅਵਤਾਰ ਹਨ। ਤਨ ਧਾਰੇ, ਸਰੀਰ ਧਾਰਨ ਕੀਤਾ ਸੀ। ਸੋ ਇਸ ਤਰ੍ਹਾਂ ਮਹਾਰਾਜ ਆਪ ਜੀ ਨੇ ਹੀ ਉਸ ਸਮੇਂ ਸਰੂਪ ਧਾਰੇ ਸਨ। ਸ਼੍ਰੀ ਨਰ ਸਿੰਘ ਰਾਮ ਅਵਤਾਰਾ, ਕ੍ਰਿਸ਼ਨ ਰੂਪ ਪੁਨ ਤੁਮਨੇ ਧਾਰਾ। ਤੇ ਚੌਥਾ ਅਵਤਾਰ ਜਿਹੜਾ ਸੀ ਨਾ ਸਰਯੁਗ ਦਾ, ਉਹ ਸ਼੍ਰੀ ਨਰ ਸਿੰਘ ਸੀ। ਸ਼੍ਰੀ ਨਰ ਸਿੰਘ ਰਾਮ ਅਵਤਾਰਾ। ਰਾਮ ਅਵਤਾਰ ਤ੍ਰੇਤਾ ਯੁੱਗ ਦਾ ਅਵਤਾਰ ਹੈ। ਕ੍ਰਿਸ਼ਨ ਰੂਪ ਦੁਆਪਰ ਯੁੱਗ ਦਾ ਅਵਤਾਰ ਹੈ। ਇਹ ਤੁਮਨੇ ਤਨ ਧਾਰਾ, ਮਹਾਰਾਜ ਇਹ ਤੁਹਾਡਾ ਹੀ ਸਰੂਪ ਸੀ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਭੱਟ ਸਾਹਿਬਾਨਾਂ ਨੇ ਗੁਰੂ ਸਾਹਿਬਾਂ ਦੀ ਜਦੋਂ ਮਹਿਮਾ ਕੀਤੀ ਹੈ, ਦੁਆਪਰ ਕਿਸ਼ਨ ਮੁਰਾਰ ਕੰਸ ਕਰਤਾਰਥ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦਿਓ। ਗੁਰੂ ਸਾਹਿਬ ਦੀ ਮਹਿਮਾ ਪਿਛਲੇ ਜਿਹੜੇ ਅਵਤਾਰੀ ਪੁਰਸ਼ ਸਨ ਉਹਨਾਂ ਨੂੰ ਸਾਹਮਣੇ ਰੱਖ ਕੇ ਕੀਤੀ ਹੈ, ਕਿਉਂਕਿ ਉਹਨਾਂ ਦੀ ਦ੍ਰਿਸ਼ਟੀ ਇੰਨੀ ਵਿਸ਼ਾਲ ਹੋ ਗਈ ਕਿ ਸਾਰੇ ਦੇਵੀ ਦੇਵਤੇ, ਸਾਰੇ ਅਵਤਾਰ ਉਹਨਾਂ ਨੂੰ ਗੁਰੂ ਅਰਜਨ ਦੇ ਪਾਤਸ਼ਾਹ ਦੇ ਸਰੂਪ ਵਿੱਚ ਸਮਾਏ ਹੋਏ ਦੱਸੇ ਕਿ ਗੁਰੂ ਅਰਜਨ ਸਮਰੱਥ ਹੈ। ਗੁਰੂ ਦੇ ਸਰੂਪ ਵਿੱਚ ਹੀ ਸਾਰੇ ਦੇਵਤੇ, ਸਾਰੇ ਅਵਤਾਰ ਹਨ। ਗੁਰੂ ਪਰਮੇਸ਼ਰ ਦਾ ਸਰੂਪ ਹੈ, ਪਰਮੇਸ਼ਰ ਵਿੱਚੋਂ ਸਾਰੇ ਅਵਤਾਰ ਪ੍ਰਗਟ ਹੁੰਦੇ ਹਨ। ਇਸ ਵਾਸਤੇ ਉਹਨਾਂ ਕਿਹਾ ਕਿ ਮਹਾਰਾਜ ਤੁਸੀਂ ਹੀ ਰਾਮ ਹੋ, ਤੁਸੀਂ ਹੀ ਕ੍ਰਿਸ਼ਨ ਹੋ, ਤੁਸੀਂ ਹੀ ਨਰ ਸਿੰਘ ਹੋ, ਤੁਸੀਂ ਹੀ ਮਛ ਕਛ ਅਵਤਾਰ ਧਾਰਨ ਕੀਤਾ ਸੀ। ਸੋ ਮਛ ਨਾਮ ਹੈ ਮੱਛੀ ਦਾ, ਕਛ ਨਾਮ ਹੈ ਕੱਛੂ ਦਾ। ਕੱਛੂ ਦਾ ਅਵਤਾਰ ਵੀ ਪਰਮੇਸ਼ਰ ਨੇ ਧਾਰਿਆ ਸੀ, ਤੇ ਮਛ ਦਾ ਵੀ ਅਵਤਾਰ ਧਾਰਨ ਕੀਤਾ ਸੀ, ਬਾਮਨ ਅਵਤਾਰ ਵੀ ਧਾਰਿਆ ਸੀ। ਸੋ ਕ੍ਰਿਸ਼ਨ ਰੂਪ ਪੁਨ ਤੁਮਨੇ ਧਾਰਾ, ਤੁਸੀਂ ਹੀ ਕ੍ਰਿਸ਼ਨ ਸਰੂਪ ਧਾਰਨ ਕੀਤਾ। ਇੱਕ ਦਿਨ ਅਰਜਨ ਬਿਨੈ ਸੁਨਾਈ, ਮਮ ਤੁਮ ਨਾਮ ਏਕ ਹੋਏ ਜਾਈ। ਇੱਕ ਦਿਨ ਮਹਾਰਾਜ ਅਰਜਨ ਨੇ ਬੇਨਤੀ ਕੀਤੀ ਸੀ
ਕਿ ਹੇ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ, ਮਮ ਤੁਮ ਤੁਹਾਡਾ ਤੇ ਮੇਰਾ ਨਾਮ ਜਿਹੜਾ ਨਾ ਇੱਕ ਹੋ ਜਾਵੇ। हे प्रभ कब इम भी बन आवे, मोर नाम कर तुम्हें बुलावे। ਤੇ ਮਹਾਰਾਜ ਕਦੀ ਐਸਾ ਬਣ ਸਕਦਾ ਹੈ ਕਿ ਤੁਹਾਡਾ ਤੇ ਮੇਰਾ ਨਾਮ ਇੱਕ ਹੋ ਜਾਵੇ, ਜੋ ਮੇਰਾ ਨਾਮ ਹੈ ਉਹ ਤੁਹਾਡਾ ਨਾਮ ਹੋ ਜਾਵੇ? ਕਿਤੇ ਐਸਾ ਹੋ ਸਕਦਾ ਹੈ? ਕਬ ਇਮ ਵੀ ਬਣ ਆਵੇ, ਕੀ ਕਦੀ ਇਸ ਤਰ੍ਹਾਂ ਬਣ ਸਕਦਾ ਹੈ? ਮੋਰ ਨਾਮ ਕਰ ਤੁਮੇ ਬੁਲਾਵੇ, ਕਿ ਮੇਰੇ ਨਾਮ ਕਰਕੇ ਤੁਹਾਨੂੰ ਬੁਲਾਇਆ ਜਾਵੇ, ਤੁਹਾਨੂੰ ਸੱਦਿਆ ਜਾਵੇ। मन पी मिलियो मिल तन रहे, नाम भिन्न ही सब जग कहे। ਮਹਾਰਾਜ ਮਨ ਵੀ ਮਿਲਿਓ, ਮੇਰਾ ਮਨ ਵੀ ਤੁਹਾਡੇ ਨਾਲ ਮਿਲਿਆ ਹੈ। ਮਿਲ ਤਨ ਰਹੇ, ਤਨ ਵੀ ਮਿਲਿਆ ਰਹੇ, ਤਨ ਕਰਕੇ ਵੀ ਮਿਲੇ ਹੀ ਹਾਂ, ਪਰ ਨਾਮ ਭਿੰਨ ਹੀ ਸਭ ਜਗ ਕਹੇ। ਪਰ ਨਾਮ ਤੁਹਾਡਾ ਵੱਖਰਾ ਹੈ, ਤੇ ਇਸ ਕਰਕੇ ਸਾਰਾ ਜਗ ਸੰਸਾਰ ਤੁਹਾਡਾ ਵੱਖਰਾ ਨਾਮ ਲੈਂਦਾ ਹੈ। ਇਹ ਮੇਰੇ ਚਿਤ ਚਾਉ ਮਹਾਨੇ, ਤੁਮਰੋ ਅਰਜਨ ਨਾਮ ਬਖਾਨੇ। ਤੇ ਇਹ ਮੇਰੇ ਮਨ ਵਿੱਚ ਬੜਾ ਚਿੱਤ ਵਿੱਚ ਚਾਹ ਹੈ ਕਿ ਮਨ ਤੁਹਾਡਾ ਅਰਜਨ ਨਾਮ ਵੀ ਹੋਣਾ ਕਰੇ। ਸੋ ਤੁਹਾਡਾ ਇਹ ਸੋਹਣਾ ਨਾਮ ਵੀ ਹੋਵੇ, ਭਾਵ ਕਿ ਮੈਂ ਅਰਜਨ ਰੂਪ ਹਾਂ। ਉਸ ਸਮੇਂ ਸ਼੍ਰੀ ਕ੍ਰਿਸ਼ਨ ਜੀ ਨੂੰ ਅਰਜਨ ਕਹਿ ਰਿਹਾ ਹੈ, ਜੋ ਪੁਰਾਣੀ ਗਿਆਤ ਹੈ। ਭਾਈ ਸੰਤੋਖ ਸਿੰਘ ਸਾਹਿਬ ਜੀ ਦੀ ਜਿਹੜੀ ਪੁਰਾਣਕ ਅਖਾਇਕਾਂ ਤੇ ਪ੍ਰਸੰਗਾਂ ਦੀ ਵਾਕਫੀ ਹੈ, ਉਹ ਡੁੱਲ ਡੁੱਲ ਪੈਂਦੀ ਹੈ। ਉਹਨਾਂ ਦੀ ਯਾਦ ਸ਼ਕਤੀ ਹਰ ਸਮੇਂ ਉੱਥੋਂ ਦੇ ਦ੍ਰਿਸ਼ਟਾਂਤ ਪ੍ਰਮਾਣ ਤੇ ਜੁਗਤੀਆਂ ਲੈ ਕਰਕੇ ਆਉਂਦੀ ਹੈ। ਇਹਨਾਂ ਦੇ ਕੇਵਲ ਅਲੰਕਾਰ ਭਾਵ ਹੀ ਲੈਣੇ ਚਾਹੀਦੇ, ਅਲੰਕਾਰ ਸਮਝਣੇ ਚਾਹੀਦੇ ਹਨ। ਤਾਇਆ ਸਹਾਰੀ ਜੀ ਦੇ ਮਨ ਦੀ ਉਹ ਨਿਮਰਤਾ ਜੋ ਉਹਨਾਂ ਨੂੰ ਭਤੀਜੇ ਲਈ ਹੋ ਰਹੀ ਹੈ, ਉਸ ਨੂੰ ਕਵੀ ਜੀ ਸਫੁੱਟ ਕਰਕੇ ਜਨਾ ਰਹੇ ਹਨ। 11ਵੀਂ ਵਾਰ ਦੇ ਟੇਕੇ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੀ ਵਾਰ ਹੈ, ਉਸ ਦੇ ਵਿੱਚ ਇਹ ਪ੍ਰਸੰਗ ਨਹੀਂ ਹੈ। ਜੋ ਵਿਆਖਿਆ ਦੇ ਵਿੱਚ ਵਿਦਵਾਨਾਂ ਨੇ ਉਸ ਵਾਰ ਦਾ ਟੀਕਾ ਕੀਤਾ, ਉਹਦੇ ਵਿੱਚ ਇਹ ਪ੍ਰਸੰਗ ਨਹੀਂ ਲਿਖਿਆ। ਸੋ ਉੱਥੇ ਐਸਾ ਲਿਖਿਆ ਹੈ ਕਿ ਜਿਹੜਾ ਤਾਇਆ ਸਹਾਰੀ ਮੱਲ ਜੀ ਹਨ, ਉਹ ਅੰਕੁਰ ਦੀ ਨਿਆਈ ਹਨ। ਜਿਵੇਂ ਅਕਰੂਰ ਜੀ ਸ਼੍ਰੀ ਕ੍ਰਿਸ਼ਨ ਜੀ ਦੇ ਭਗਤ ਸਨ, ਇਸੇ ਤਰ੍ਹਾਂ ਤਾਇਆ ਸਹਾਰੀ ਮੱਲ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬੜਾ ਪਰਮ ਭਗਤ ਸੀ। ਬੜੀ ਉੱਚੀ ਅਵਸਥਾ ਗੁਰੂ ਸਾਹਿਬ ਦੇ ਕੋਲੋਂ ਨੇ ਪ੍ਰਾਪਤ ਕੀਤੀ ਸੀ। ਸੋ ਉਹ ਤਾਇਆ ਸਹਾਰੀ ਮੱਲ ਜੀ ਪਿਛਲੇ ਜਨਮ ਦੀ ਕਥਾ ਕਹਿ ਰਹੇ ਨੇ ਕਿ ਮਹਾਰਾਜ ਮੈਂ ਬੇਨਤੀ ਕੀਤੀ ਸੀ ਕਿ ਮਹਾਰਾਜ ਜਿਹੜਾ ਮੇਰਾ ਨਾਮ ਹੈ ਨਾ ਅਰਜਨ, ਉਹ ਤੁਹਾਡਾ ਨਾਮ ਹੀ ਬਣ ਜਾਵੇ। ਸੁਨ ਰਾਵਰ ਨੇ ਹੋਏ ਪ੍ਰਸੰਨ, ਕਹਿਓ ਮੋਹਿ ਤੇ ਨਹਿ ਤੂੰ ਭਿੰਨ। ਸੁਣ ਕਰਕੇ ਮਹਾਰਾਜ ਜੀ ਆਪ ਜੀ ਬੜੇ ਪ੍ਰਸੰਨ ਹੋਏ ਸੀ, ਤੇ ਆਪ ਜੀ ਨੇ ਬਚਨ ਕੀਤਾ ਸੀ ਕਿ ਤੁਸੀਂ ਮੇਰੇ ਤੋਂ ਭਿੰਨ ਨਹੀਂ ਹੋ ਅਕਰੂਰ, ਤੁਸੀਂ ਮੇਰੇ ਨਾਲੋਂ ਵੱਖਰੇ ਨਹੀਂ ਹੋ। ਸੋ ਉਸ ਸਮੇਂ ਅਰਜਨ ਨਾਮ ਸੀ, ਭਗਤੀ ਜਿਹੜੀ ਅਕਰੂਰ ਵਰਗੀ ਸੀ। ਤੇ ਮੈਨੂੰ ਆਖਣ ਲੱਗੇ ਕਿ ਤੁਸੀਂ ਮੇਰੇ ਤੋਂ ਵੱਖ ਨਹੀਂ, ਜੁਦਾ ਨਹੀਂ ਹੋ। ਤਬ ਸੰਕਲਪ ਹੋਏ ਹੈ ਸਾਚਾ, ਮੋਹਿ ਭਾਵਨੀ ਮਹਿ ਨਿਤ ਰਾਚਾ। ਤੇ ਤੇਰਾ ਜਿਹੜਾ ਸੰਕਲਪ ਹੈ ਨਾ, ਜਿਹੜਾ ਖਿਆਲ ਫੁਰਨਾ, ਇਹ ਸੱਚਾ ਹੋਵੇਗਾ ਜੋ ਤੂੰ ਸੰਕਲਪ ਮਨ ਚ ਧਾਰਿਆ ਹੈ, ਕਿਉਂਕਿ ਮੇਰੀ ਭਾਵਨੀ ਸ਼ਰਧਾ ਦੇ ਵਿੱਚ ਤੇਰਾ ਮਨ ਜਿਹੜਾ ਰਾਚਾ ਰਚਿਆ ਹੋਇਆ ਮਿਲਿਆ ਹੋਇਆ ਹੈ। ਕਲੀ ਕਾਲ ਮੈਂ ਜਬ ਤਨ ਧਰੈ, ਅਰਜਨ ਨਾਮ ਹਮਾਰੋ ਪਰੈ। ਕਲਯੁਗ ਦੇ ਸਮੇਂ ਵਿੱਚ ਜਦੋਂ ਅਸੀਂ ਆਪਣਾ ਅਵਤਾਰ ਧਾਰਨ ਕਰਾਂਗੇ, ਉਦੋਂ ਅਰਜਨ ਨਾਮ ਕਰਕੇ ਹਮਾਰੋ ਪਰੈ, ਸਾਡਾ ਨਾਮ ਅਰਜਨ ਕਰਕੇ ਪਵੇਗਾ, ਪ੍ਰਸਿੱਧ ਹੋਵੇਗਾ। ਸੋ ਤੂੰ ਪੁਰਖ ਮਹਿਦ ਮਹਿਆਨ, ਨਾਨਾ ਚਲਤ ਕਰੈ ਹਿਤ ਠਾਨ। ਤੇ ਮਹਾਰਾਜ ਮੈਨੂੰ ਸਮਝ ਪੈ ਗਈ ਕਿ ਤੁਸੀਂ ਉਹੀ ਮਹਾਂਪੁਰਖ ਹੋ ਜਿਹੜੇ ਪਿਛਲੇ ਯੁੱਗਾਂ ਵਿੱਚ ਵੀ ਜੀਵਾਂ ਦੀ ਕਲਿਆਣ ਕਰਦੇ ਆਏ, ਸਹਾਇਤਾ ਕਰਦੇ ਆਏ ਹੋ। ਤੇ ਸੋ ਤੂੰ ਪੁਰਖ ਮਹਿਦ ਮਹੀਆਨ, ਮਹੀਆਨ ਦਾ ਅਰਥ ਹੁੰਦਾ ਵੱਡਿਆਂ ਤੋਂ ਵੱਡਾ। ਇਸ ਧਰਤੀ ਤੇ ਤੁਸੀਂ ਵੱਡਿਆਂ ਤੋਂ ਵੱਡੇ ਮਹਾਨ ਮਹਾਂਪੁਰਖ ਹੋ।
ਨਾਨਾ ਚਲਤ ਕਰੇ ਹਿਤ ਠਾਣ ਕੇ ਪ੍ਰੇਮ ਧਾਰ ਕੇ ਤੁਸੀਂ ਨਾਨਾ ਪ੍ਰਕਾਰ ਦੇ ਚਲਤ ਕੌਤਕ ਕਰਦੇ ਹੋ। ਨਿਜ ਮਾਇਆ ਕਰ ਬੰਚੋ ਨਾਹੀ ਆਪਣੀ ਸ਼ਰਧਾ ਦਿਓ ਮਨ ਮਾਹੀ। ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ, ਜਿਹੜੀ ਤੁਹਾਡੀ ਮਾਇਆ ਨਾ, ਇਸ ਮਾਇਆ ਦੇ ਕਰਕੇ ਬੰਚੋ ਨਾਹੀ, ਮੈਨੂੰ ਠੱਗਣਾ ਨਾ ਕਰੋ, ਕਿਉਂਕਿ ਤੁਹਾਡੀ ਮਾਇਆ ਬੜੀ ਪ੍ਰਬਲ ਹੈ, ਠੱਗ ਲੈਂਦੀ ਹੈ ਬੰਦੇ ਨੂੰ। ਤੁਸੀਂ ਕਿਰਪਾ ਕਰੋ, ਤੁਹਾਡੀ ਮਾਇਆ ਮੈਨੂੰ ਠੱਗੇ ਨਾ। ਆਪਣੀ ਸ਼ਰਧਾ ਦਿਓ ਮਨ ਮਾਹੀ, ਆਪਣੀ ਸ਼ਰਧਾ ਵਿਸ਼ਵਾਸ ਭਾਵਨਾ ਭਰੋਸਾ ਮੇਰੇ ਮਨ ਵਿੱਚ ਦੇਣਾ ਕਰੋ। ਗੁਰ ਸਿੱਖੀ ਕੋ ਦੀਜੇ ਦਾਨ, ਜਿਸ ਕੀ ਮਹਿਮਾ ਸਾਹਮਣੇ ਆਨ। ਮਹਾਰਾਜ ਕਿਰਪਾ ਕਰੋ, ਮੈਨੂੰ ਗੁਰਸਿੱਖੀ ਦਾ ਦਾਨ ਬਖਸ਼ੋ, ਜਿਸ ਗੁਰਸਿੱਖੀ ਦੇ ਦਾਨ ਦੇ ਬਰਾਬਰ, ਜਿਸ ਕੀ ਮਹਿਮਾ ਸਾਹਮਣੇ ਆਣ, ਜਿਸ ਦੇ ਬਰਾਬਰ ਕੋਈ ਹੋਰ ਵੱਡੀ ਮਹਿਮਾ ਨਹੀਂ। ਜਿਹਨੂੰ ਸਿੱਖੀ ਮਿਲ ਗਈ ਮਹਾਰਾਜ, ਸਿੱਖੀ ਦੀ ਮਹਾਨਤਾ ਸਮਝ ਆ ਗਈ, ਇੰਨੀ ਸ਼ੋਭਾ ਮਿਲਦੀ ਗੁਰਸਿੱਖ ਨੂੰ, ਉਹਦੇ ਬਰਾਬਰ ਕੋਈ ਹੋਰ ਸ਼ੋਭਾ ਨਹੀਂ ਹੋ ਸਕਦੀ। ਧੰਨ ਬਾਬਾ ਬੁੱਢਾ ਸਾਹਿਬ ਜੀ, ਕਿੰਨੀ ਸ਼ੋਭਾ ਹੈ ਉਹਨਾਂ ਦੀ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਭਾਈ ਮਨੀ ਸਿੰਘ ਜੀ, ਗੁਰੂ ਕੇ ਸਾਹਿਬਜ਼ਾਦੇ। ਸੋ ਮਹਾਰਾਜ ਐਸੀ ਗੁਰਸਿੱਖੀ ਦਾ ਦਾਨ ਬਖਸ਼ੋ, ਜਿਸ ਦੇ ਬਰਾਬਰ ਕੋਈ ਹੋਰ ਸ਼ੋਭਾ ਮਹਿਮਾ ਵਡਿਆਈ ਨਹੀਂ ਹੈ। ਸੁਨ ਪ੍ਰਸੰਨ ਤਬ ਸਾਹਿਬ ਹੋਏ, ਨੀਵੋ ਮਨ ਤਾਇਓ ਕਹੋ ਜੋਏ। ਸੁਣ ਕਰਕੇ ਤਾਇਆ ਜੀ ਦੀ ਬੇਨਤੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ। ਨੀਵੋ ਮਨ ਤਾਏ ਕਹੋ ਜੋਏ, ਨੀਵੇਂ ਮਨ ਹੋਏ ਹੋਏ ਤਾਏ, ਤਾਇਆ ਜੀ ਨੂੰ ਕਹੋ ਨੂੰ ਜੋਏ। ਉਹਦਾ ਵੇਖਿਓ ਨੇ ਕਿ ਸਾਡਾ ਤਾਇਆ ਜੀ ਮਨ ਵਿੱਚ ਬੜਾ ਨੀਵਾਂ ਹੋਇਆ, ਮਨ ਕਰਕੇ ਝੁਕਿਆ ਹੈ, ਮਨ ਵਿੱਚ ਬੜੀ ਭਾਰੀ ਨਿਮਰਤਾ ਹੈ, ਸ਼ਰਧਾ ਹੈ। ਦੀਨ ਸਬਰ ਸਿੱਖੀ ਤੁਮ ਪਾਵੋ, ਬ੍ਰਹਮ ਗਿਆਨ ਤੇ ਕਸ਼ਟ ਮਿਟਾਵੋ। ਸਤਿਗੁਰੂ ਪਾਤਸ਼ਾਹ ਨੇ ਵਰ ਦਿੱਤਾ, ਤਾਇਆ ਜੀ ਤੁਹਾਨੂੰ ਮਹਾਨ ਸਿੱਖੀ ਦੀ ਪ੍ਰਾਪਤੀ ਹੋਵੇਗੀ, ਤੁਸੀਂ ਮਹਾਨ ਸਿੱਖ ਬਣੋਗੇ, ਸਿੱਖੀ ਤੋਂ ਪਾਓ, ਤੁਸੀਂ ਸਿੱਖੀ ਪ੍ਰਾਪਤ ਕਰੋ ਤੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਬ੍ਰਹਮ ਗਿਆਨ ਲੈ ਕੇ ਕਸ਼ਟ ਮਿਟਾਵੋ, ਆਪਣੇ ਸਾਰੇ ਕਸ਼ਟ ਦੂਰ ਕਰ ਲਓ, ਤੁਹਾਡੇ ਸਾਰੇ ਕਸ਼ਟ ਮੁੱਕ ਜਾਣਗੇ, ਬ੍ਰਹਮ ਗਿਆਨ ਤੁਹਾਨੂੰ ਪ੍ਰਾਪਤ ਹੋਵੇਗਾ। ਭਇਓ ਨਿਹਾਲ ਤਵੇ ਸੰਹਾਰੀ, ਗਤ ਪਾਈ ਬ੍ਰਹਮ ਗਿਆਨ ਸੁਖਾਰੀ। ਸਾਹਿਬਾਂ ਦੇ ਬਚਨ ਹੋਏ, ਨਾਲ ਹੀ ਸਾਹਿਬਾਂ ਕਿਰਪਾ ਦ੍ਰਿਸ਼ਟੀ ਕਰ ਦਿੱਤੀ, ਮੋਹ ਦਾ ਪਰਦਾ ਮਾਇਆ ਦਾ ਪਰਦਾ ਪਾਸੇ ਕਰ ਦਿੱਤਾ। ਭਇਓ ਨਿਹਾਲ ਤਬੇ ਸੰਹਾਰੀ, ਭਾਈ ਸੰਹਾਰੀ ਮੱਲ ਜੀ ਤਦੋਂ ਨਿਹਾਲ ਹੋ ਗਿਆ, ਜੀਵਨ ਯਾਤਰਾ ਸਫਲ ਹੋ ਗਈ। ਗਤ ਪਾਈ ਬ੍ਰਹਮ ਗਿਆਨ ਸੁਖਾਰੀ, ਬ੍ਰਹਮ ਗਿਆਨ ਵਾਲੀ ਜਿਹੜੀ ਗਤ ਅਵਸਥਾ ਸੀ ਨਾ, ਉਹ ਪਾਈ ਪਾ ਲਈ। ਉਹ ਅਵਸਥਾ ਜਿੱਥੇ ਸੁਖਾਰੀ ਸੁਖ ਹੀ ਸੁਖ ਹੈ, ਸੌਖਿਆਂ ਹੈ, ਕੋਈ ਲੰਮੀ ਚੌੜੀ ਵੱਡੀ ਘਾਲਣਾ ਨਹੀਂ ਘਾਲਣੀ ਪਈ, ਕੋਈ ਤਪੱਸਿਆ ਨਹੀਂ ਕਰਨੀ ਪਈ, ਸੁਖਾਰੀ ਸੌਖਿਆਂ ਹੀ ਬ੍ਰਹਮ ਗਿਆਨ ਦੀ ਅਵਸਥਾ ਜਿਹੜੀ ਸੀ ਉਹ ਪ੍ਰਾਪਤ ਹੋ ਗਈ। ਸਾਈ ਦਿੱਤਾ ਚੰਜੀ ਜੋਏ, ਸੈਦੋ ਜਾੜ ਲਵ ਪੁਰੀ ਸੋਏ। ਅੱਗੇ ਭਾਈ ਸਾਹਿਬ ਜੀ ਹੋਰ ਗੁਰਸਿੱਖਾਂ ਦਾ ਇਤਿਹਾਸ ਸੁਣਾ ਰਹੇ ਨੇ। ਭਾਈ ਸਾਈਂ ਦਿੱਤਾ ਜੀ ਝੰਜੀ ਜਾਤੀ ਦਾ, ਭਾਈ ਸੈਦੋ ਜਾਟ ਲਾਹੌਰ ਦੇ ਰਹਿਣ ਵਾਲਾ। ਅਪਰ ਸਿੱਖ ਲਵਪੁਰ ਕੇ ਸਾਰੇ, ਸ੍ਰੀ ਗੁਰ ਅਮਰ ਸੇਵਕੋ ਧਾਰੇ। ਅਪਰ ਸਿੱਖ ਹੋਰ ਵੀ ਕਈ ਸਿੱਖ ਲਵਪੁਰ ਕੇ ਸਾਰੇ, ਸਾਰੇ ਲਾਹੌਰ ਸ਼ਹਿਰ ਦੇ ਜਿਨ੍ਹਾਂ ਨੇ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ। ਕਰੇ ਪ੍ਰਸੰਨ ਸਰਬ ਹੀ ਰੀਤ, ਸ੍ਰੀ ਮੁਕਤੇ ਭੋਲੇ ਪਿਖ ਪ੍ਰੀਤ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਸੇਵਾ ਕਰਕੇ ਇਹਨਾਂ ਨੇ ਬੜੇ ਪ੍ਰਸੰਨ ਕੀਤਾ ਸੀ ਤੇ ਸੁਭਾਏ ਮਾਨ ਮੁਖ ਤੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਇਹਨਾਂ ਦੀ ਪ੍ਰੀਤ ਪਿਆਰ ਵੇਖ ਕਰਕੇ ਇਹਨਾਂ ਦੇ ਤਾਈ ਬਚਨ ਕੀਤਾ ਸੀ। ਹਮ ਪ੍ਰਸੰਨ ਤੁਮ ਜਾਚੋ ਬਰ ਕੋ, ਕਰੋ ਮਨੋਰਥ ਪੂਰਨ ਉਰਕੋ। ਇਹ ਸਾਰੇ ਸਿੱਖ ਭਾਈ ਸਾਈਂ ਦਿੱਤਾ, ਭਾਈ ਸੈਦੋ ਜਾੜ ਤੇ ਹੋਰ ਲਾਹੌਰ ਦੇ ਸਿੱਖ, ਇਹਨਾਂ ਕਿਸੇ ਸਮੇਂ ਸਾਰਿਆਂ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ ਸੀ। ਤੀਜੇ ਸਾਹਿਬਾਂ ਦੀ ਸਾਹਿਬ ਇਹਨਾਂ ਦੀ ਸੇਵਾ ਤੋਂ ਖੁਸ਼ ਪ੍ਰਸੰਨ ਹੋਏ ਸਨ ਤੇ ਸਾਹਿਬਾਂ ਕਿਹਾ ਸੀ, ਸਿੱਖੋ ਹਮ ਪ੍ਰਸੰਨ, ਅਸੀਂ ਤੁਹਾਡੀ ਸੇਵਾ ਤੇ ਬੜੇ ਖੁਸ਼ ਹਾਂ, ਤੁਸੀਂ ਵਰ ਮੰਗੋ, ਸ੍ਰੇਸ਼ਟ ਵਰ ਮੰਗ ਲਓ, ਜੋ ਤੁਹਾਡੇ ਮਨ ਦਾ ਮਨੋਰਥ
ਸੰਕਲਪ ਹੈ ਉਹ ਪੂਰਾ ਕਰ ਲਓ। ਸਭ ਸਿੱਖਨ ਮਿਲ ਭਲੇ ਵਿਚਾਰਾ, ਹੱਥ ਜੋਰ ਗੁਰ ਨਿਕਟ ਉਚਾਰਾ। ਸਾਰੇ ਸਿੱਖਾਂ ਨੇ ਉਸ ਸਮੇਂ ਭਲੇ ਤਰੀਕੇ ਨਾਲ ਵਿਚਾਰ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਹਜ਼ੂਰ ਹੱਥ ਜੋੜ ਕੇ ਬੇਨਤੀ ਕੀਤੀ। ਪ੍ਰਥਮ ਗੁਰੂ ਨਾਨਕਪੁਰ ਆਏ, ਭਿਖਿਓ ਕਸਾਬਪੁਰਾ ਸੂਰ ਸਾਏ। ਇਹਨਾਂ ਬੇਨਤੀ ਕੀਤੀ ਸੀ ਕਿ ਹੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਇੱਕ ਸਮਾਂ ਐਸਾ ਸੀ ਜਦੋਂ ਪਹਿਲੇ ਪਾਤਸ਼ਾਹ ਜਗਤ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਲਾਹੌਰ ਆਏ ਸਨ। ਉਹਨਾਂ ਨੇ ਲਾਹੌਰ ਦੇ ਵਿੱਚ ਕਸਾਬਪੁਰਾ ਵੇਖਿਆ ਸੀ। ਕਸਾਬਪੁਰਾ ਹੁੰਦਾ ਕਸਾਈ ਬਾਜ਼ਾਰ, ਜਿੱਥੇ ਕਸਾਈ ਰਹਿੰਦੇ ਹੋਣ, ਪਸ਼ੂਆਂ ਨੂੰ ਵੱਢਦੇ ਟੁੱਕਦੇ ਹੋਣ। ਗੁਰੂ ਨਾਨਕ ਦੇ ਪਾਤਸ਼ਾਹ ਨੇ ਕਸਾਈਆਂ ਦਾ ਇਹ ਕਰਮ ਵੇਖ ਕਰਕੇ ਰਸਾਇਓ ਵੀਰ ਰਸ ਵਿੱਚ ਆਏ ਸਨ, ਨਾਰਾਜ਼ ਹੋਏ ਸਨ। ਤੇ ਉਹਨਾਂ ਨੇ ਫਿਰ ਇਹ ਵੇਖ ਕਰਕੇ ਲਖਿਓ ਪਾਪ ਹੋਏ ਘੋਰ ਮਹਾਨਾ, ਸ਼ਰਾਪਤ ਕੀਨਸ ਏਵ ਵਖਾਨਾ। ਉਹਨਾਂ ਨੇ ਬੜਾ ਪਾਪ ਜਾਣਿਆ, ਘੋਰ ਮਹਾਨਾ, ਕਿ ਬੜਾ ਘੋਰ ਵੱਡਾ ਪਾਪ ਕਰ ਰਹੇ ਨੇ ਇਹ ਲੋਕ ਜੋ ਪਸ਼ੂਆਂ ਦੀ ਹੱਤਿਆ ਕਰਦੇ ਨੇ। ਤਾਂ ਉਹਨਾਂ ਨੇ ਉਸ ਸਮੇਂ ਫਿਰ ਇਹ ਬਚਨ ਕਹੇ ਸਨ, ਜਿਹੜੇ ਬਚਨ ਸਾਨੂੰ ਇਹੋ ਜਾਪਿਆ ਕਿ ਉਹ ਸਰਾਫ ਵਾਲੇ ਬਚਨ ਹਨ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਲਾਹੌਰ ਸ਼ਹਿਰ ਦੇ ਅੰਦਰ ਇਹ ਜ਼ੁਲਮ ਹੁੰਦਾ ਵੇਖ ਕੇ, ਅਤਿਆਚਾਰ ਵੇਖ ਕੇ ਬਚਨ ਕੀਤੇ ਕਿ ਜਿਹੜਾ ਲਾਹੌਰ ਸ਼ਹਿਰ ਹੈ ਇਹ ਜ਼ਹਿਰ ਕਹਿਰ ਸਵਾ ਪੈਰ ਦਿਨ ਚੜ੍ਹੇ ਤੱਕ ਉੱਥੇ ਪਸ਼ੂਆਂ ਦੀ ਹੱਤਿਆ ਕੀਤੀ ਜਾਂਦੀ ਸੀ। ਪਸ਼ੂ ਹਲਾਲ ਕੀਤੇ, ਮਾਰੇ, ਵੱਢੇ ਟੁੱਕੇ ਜਾਂਦੇ ਸਨ। ਇਹ ਜ਼ਹਿਰ ਨਿਆਈ, ਜ਼ਹਿਰ ਰੂਪ ਹੈ, ਇੱਥੇ ਧਰਮ ਨਹੀਂ ਹੈ। ਸੋ ਇੱਥੇ ਬਹੁਤ ਭਾਰੀ ਜ਼ੁਲਮ, ਅਨਿਆਂ ਤੇ ਅਤਿਆਚਾਰ ਹੁੰਦਾ ਹੈ। ਇਸ ਵਾਸਤੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਐਸੇ ਬਚਨ ਲਾਹੌਰ ਵਾਸਤੇ ਆਖੇ। ਚੌਪਈ ਤਬ ਕੇ ਪੁਰ ਮੈਂ ਨਰ ਦੁਖ ਪਾਵੈ, ਸਵਾ ਪਹਿਰ ਲਗ ਬਾਦ ਉਠਾਵੈ। ਤਦੋਂ ਦੇ ਲਾਹੌਰ ਸ਼ਹਿਰ ਦੇ ਲੋਕ ਜਿਹੜੇ ਸਨ ਉਹ ਦੁੱਖ ਪਾਉਂਦੇ ਨੇ ਤੇ ਸਵਾ ਪਹਿਰ ਲਗ ਬਾਦ ਉਠਾਵੇ। ਸਵਾ ਪਹਿਰ ਤੱਕ ਜਿਵੇਂ ਪਸ਼ੂਆਂ ਤੇ ਜਾਨਵਰਾਂ ਤੇ ਜ਼ੁਲਮ ਹੁੰਦਾ, ਇਸੇ ਤਰ੍ਹਾਂ ਉਹ ਵੀ ਆਸ ਲੜਨ ਭਿੜਨ ਲੱਗ ਪਏ, ਦੁੱਖ ਪਾਉਣ ਲੱਗੇ, ਦੁਖੀ ਹੋਣ ਲੱਗੇ। ਲਰਹਿ ਪ੍ਰਸਪਰ ਝਗਰਹਿ ਮਾਨੀ, ਕੇਤਕ ਹੋਏ ਪ੍ਰਾਨ ਲਗ ਹਾਨੀ। ਆਸ ਵਿੱਚ ਲੜਨਾ ਸ਼ੁਰੂ ਕਰ ਦਿੱਤਾ, ਝਗੜਾ ਕਰਦੇ ਨੇ ਹੰਕਾਰੀ। ਤੇ ਕਈਆਂ ਦੇ ਇਸ ਤਰ੍ਹਾਂ ਲੜਾਈ ਝਗੜਿਆਂ 'ਚ ਪ੍ਰਾਣ ਹੀ ਨਾਸ਼ ਹੋ ਗਏ, ਉਹ ਮਰ ਮੁੱਕ ਗਏ। ਮਹਾ ਸੰਤਾਪ ਪਾਏ ਨਰ ਰਹੈ, ਜ਼ਹਿਰ ਸਮਾਨ ਆਪ ਮਹਿ ਕਹੈ। ਮਹਾ ਸੰਤਾਪ, ਬੜਾ ਸੰਤਾਪ, ਦੁੱਖ ਪਾ ਕਰਕੇ ਲੋਕ ਰਹਿਣ ਲੱਗੇ ਤੇ ਜ਼ਹਿਰ ਸਮਾਨ, ਜ਼ਹਿਰ ਦੀ ਨਿਆਈ, ਜ਼ਹਿਰ ਦੇ ਵਾਂਗ ਆਪ ਮਹਿ ਕਹੈ। ਆਪਸ ਵਿੱਚ ਬੜਾ ਕੌੜਾ ਫਿੱਕਾ ਬੋਲਦੇ ਨੇ, ਜ਼ਹਿਰ ਵਰਗੇ ਬੋਲ ਇੱਕ ਦੂਸਰੇ ਤਾਈਂ ਬੋਲਣ ਲੱਗੇ। ਆਵਸੂ ਸ਼ਰਾਪ ਮਿਟਾਵਨ ਕਰੀਏ, ਸਤ ਸੰਗਤ ਇਸ ਸਮੇਂ ਨਿਹਰੀਏ। ਤੇ ਗੁਰੂ ਅਮਰਦਾਸ ਜਦੋਂ ਲਾਹੌਰ ਗਏ, ਉਸ ਸਮੇਂ ਲਾਹੌਰ ਨਿਵਾਸੀ ਸੰਗਤਾਂ ਬੇਨਤੀ ਕੀਤੀ ਕਿ ਮਹਾਰਾਜ ਜਿਹੜੇ ਉਹ ਗੁਰੂ ਨਾਨਕ ਦੇ ਪਾਤਸ਼ਾਹ ਨੇ ਬਚਨ ਕਹੇ ਸਨ ਲਾਹੌਰ ਸ਼ਹਿਰ ਵਾਸਤੇ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਉਹ ਬਚਨ ਤੁਸੀਂ ਮਿਟਾ ਦਵੋ। ਭਾਵ ਉਹਨਾਂ ਬਚਨਾਂ ਨੂੰ ਤੁਸੀਂ ਵੇਖ ਕਰਕੇ ਬਖਸ਼ ਲਓ। ਉਹ ਸਾਨੂੰ ਇਹੋ ਜਾਪਦਾ ਕਿ ਸਰਾਫ ਦੇ ਬਚਨ ਸਨ। ਗੁਰੂ ਸਾਹਿਬ ਸਰਾਫ ਨਹੀਂ ਦਿੰਦੇ ਕਿਸੇ ਨੂੰ, ਬੰਦੇ ਹੀ ਆਪਣੇ ਭੈੜੀਆਂ ਕਰਮਾਂ ਕਰਤੂਤਾਂ ਕਰਕੇ ਦੁੱਖ ਪਾਉਂਦੇ ਨੇ। ਗੁਰੂ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਹਾਂ, ਗੁਰੂ ਦੀ ਨਾਰਾਜ਼ਗੀ ਜਿਹੜੀ ਹੈ ਜ਼ਰੂਰ ਮਨੁੱਖ ਨੂੰ ਦੁੱਖ ਦਿੰਦੀ ਹੈ, ਗੁਰੂ ਦੀ ਖੁਸ਼ੀ ਪ੍ਰਸੰਨਤਾ ਸੁਖ ਦਿੰਦੀ ਹੈ। ਸੋ ਸਾਹਿਬਾਂ ਨੇ ਇਸ ਗੱਲ ਨੂੰ ਚੰਗਾ ਨਹੀਂ ਸੀ ਸਮਝਿਆ, ਜਿਸ ਕਰਕੇ ਉਹ ਲੋਕ ਆਪ ਹੀ ਦੁੱਖ ਪਾਉਣ ਲੱਗੇ। ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਉਹ ਜਿਹੜੇ ਬਚਨ ਸਨ ਤੁਸੀਂ ਮਿਟਾ ਦਿਓ, ਹਟਾ ਦਵੋ। ਸਤ ਸੰਗਤ ਇਸ ਸਮੇਂ ਨਿਹਰੀਐ। ਇਹ ਸਾਰੀ ਸੰਗਤ ਤੁਹਾਨੂੰ ਬੇਨਤੀ ਕਰ ਰਹੀ ਹੈ, ਮਹਾਰਾਜ ਤੁਸੀਂ ਕਿਰਪਾ ਕਰਕੇ ਸਾਧ ਸੰਗਤ ਵੱਲ ਵੇਖ ਕੇ ਉਹਨਾਂ ਦੀ ਬੇਨਤੀ ਪ੍ਰਵਾਨ ਕਰੋ। ਸ੍ਰੀ ਗੁਰ ਅਮਰ ਸੁਨਤ ਬਚ ਭਾਖਾ, ਬਾਰ ਦੋ ਸਾਧਿਆ ਕਰੀ ਸੁਜਾਨਾ। ਕਰੇ ਅਬਲਾਖਾ, ਸ੍ਰੀ ਗੁਰ ਅਮਰ ਸੁਣਤ ਬਚ ਭਾਖਾ। ਤੀਜੇ ਪਾਤਸ਼ਾਹ ਸੇਵਾ ਤੇ ਸਿਮਰਨ ਦੇ ਪੁੰਜ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਲਾਹੌਰ ਨਿਵਾਸੀਆਂ ਦੀ ਬੇਨਤੀ ਸੁਣੀ। ਬੇਨਤੀ ਸੁਣ ਕੇ ਬਚ ਭਾਖਾ ਬਚਨ ਆਖਿਆ, ਕਹਿਣ ਲੱਗੇ ਪ੍ਰੇਮੀਓ,
ਬਾਰ ਦੋ ਸਾਧੇ ਕਰੀਏ ਭਲਾਖਾ। ਤੁਸੀਂ ਨਾ ਕਠਨ ਸਾਧਨੇ ਜੋਗ ਜਿਹੜਾ ਵਰ ਹੈ ਨਾ, ਉਸ ਵਰ ਦੀ ਭਲਾਖਾ ਇੱਛਾ ਕਰ ਲਈ ਹੈ। ਤੁਸੀਂ ਪਹਿਲੇ ਪਾਤਸ਼ਾਹ ਦੇ ਬਚਨਾਂ ਨੂੰ ਹਟਾਉਣਾ ਚਾਹੁੰਦੇ ਹੋ। ਗੁਰੂ ਪਾਤਸ਼ਾਹ ਦੇ ਬਚਨ ਜਿਹੜੇ ਨੇ ਉਹ ਬਦਲਨੇ ਕੋਈ ਅਸੰਭਵ ਨਹੀਂ, ਸੌਖੇ ਨਹੀਂ ਹਨ, ਬੜੇ ਕਠਨ ਹਨ। ਦੋ ਸਾਧ ਹੈ, ਬਹੁਤ ਔਖੇ ਹਨ, ਜਿਨ੍ਹਾਂ ਦੀ ਤੁਸੀਂ ਇੱਛਾ ਕੀਤੀ ਹੈ। ਤਉ ਦੇਨ ਕੋ ਪ੍ਰਥਮ ਬਖਾਨਾ, ਬੋਲੇ ਬਹੁਰ ਕਿਰਪਾਲ ਸੁਜਾਨਾ। ਗੁਰੂ ਅਮਰਦਾਸ ਕਹਿਣ ਲੱਗੇ ਮਹਾਰਾਜ ਕਿ ਗੁਰਸਿੱਖ ਪ੍ਰੇਮੀਓ, ਅਸੀਂ ਤੁਹਾਨੂੰ ਬਚਨ ਦਿੱਤਾ ਹੈ ਕਿ ਜੋ ਤੁਸੀਂ ਮੰਗੋਗੇ ਤੁਹਾਨੂੰ ਦੇਵਾਂਗੇ। ਜੋ ਪ੍ਰਥਮ ਬਖਾਨਾ ਜੋ ਅਸੀਂ ਬਚਨ ਕਿਹਾ ਨਾ, ਉਹ ਅਸੀਂ ਤੁਹਾਡੇ ਤਾਈਂ ਉਹ ਬਚਨ ਪੂਰਾ ਜ਼ਰੂਰ ਕਰਾਂਗੇ। ਬੋਲੇ ਬਹੁਰ ਕਿਰਪਾਲ ਸੁਜਾਨਾ, ਸੁਜਾਨਾ ਅੰਤਰਜਾਮੀ ਕਿਰਪਾਲੂ ਸਤਿਗੁਰੂ ਪਾਤਸ਼ਾਹ ਆਖਣ ਲੱਗੇ ਉਸ ਸਮੇਂ ਬਚਨ ਉਚਾਰਿਆ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਸਾਹਿਬ ਜੀ ਕਹਿਣ ਲੱਗੇ ਲਾਹੌਰ ਸ਼ਹਿਰ ਜਿਹੜਾ ਨਾ ਹੁਣ ਸ਼ਹਿਰ ਹੈ, ਜ਼ਹਿਰ ਨਹੀਂ ਹੈ। ਤੇ ਦੂਜੇ ਪਾਸੇ ਜਿਹੜਾ ਅੰਮ੍ਰਿਤਸਰ ਹੈ ਨਾ, ਉਹ ਸਿਫਤੀ ਦਾ ਘਰ ਹੈ। ਹੁਣ ਇੱਥੇ ਕਈ ਕਹਿੰਦੇ ਜੀ ਅੰਮ੍ਰਿਤਸਰ ਤਾਂ ਉਦੋਂ ਵਸਿਆ ਹੀ ਨਹੀਂ ਸੀ, ਤੇ ਅੰਮ੍ਰਿਤਸਰ ਸਿਫਤੀ ਦਾ ਘਰ ਕਿੱਥੋਂ ਬਣ ਗਿਆ? ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਨਾਲ ਹੀ ਅੰਮ੍ਰਿਤਸਰ ਵਸਿਆ ਹੈ। ਬਹੁਤ ਸਾਰੇ ਐਸੇ ਸ਼ਬਦ ਨੇ ਗੁਰੂ ਅਮਰਦਾਸ ਜੀ ਦੇ ਜਿਹੜੇ ਅੰਮ੍ਰਿਤਸਰ ਦੇ ਪਰਛਾਏ ਹੀ ਹਨ। ਉਹ ਸਤਿਗੁਰੂ ਪਾਤਸ਼ਾਹ ਨੇ ਪਹਿਲਾਂ ਹੀ ਬਚਨ ਉਚਾਰ ਦਿੱਤੇ ਸਨ। ਬਹੁਤੇ ਵਿਦਵਾਨ ਇਸ ਪੰਕਤੀ ਦਾ ਅਰਥ ਇਹ ਕਰਦੇ ਨੇ ਕਿ ਲਾਹੌਰ ਸ਼ਹਿਰ ਜਿਹੜਾ ਇਹ ਅੰਮ੍ਰਿਤਸਰ ਬਣ ਗਿਆ ਹੈ, ਇਹ ਸਿਫਤੀ ਦਾ ਘਰ ਬਣ ਗਿਆ। ਉਸੇ ਲਾਹੌਰ ਸ਼ਹਿਰ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਤੱਤੀ ਤਵੀ ਤੇ ਬੈਠਦੇ ਨੇ। ਉਸੇ ਲਾਹੌਰ ਸ਼ਹਿਰ ਵਿੱਚ ਭਾਈ ਸਾਹਿਬ ਭਾਈ ਮਣੀ ਸਿੰਘ ਦਾ ਬੰਦ ਕੱਟਿਆ ਜਾਂਦਾ ਹੈ। ਉਸੇ ਲਾਹੌਰ ਸ਼ਹਿਰ ਵਿੱਚ ਭਾਈ ਸਾਹਿਬ ਭਾਈ ਤਾਰੂ ਸਿੰਘ ਦਾ ਖੋਪਰ ਲਾਇਆ ਜਾਂਦਾ ਹੈ। ਉਸੇ ਲਾਹੌਰ ਸ਼ਹਿਰ ਵਿੱਚ ਬੀਬੀਆਂ ਮਾਈਆਂ ਦੇ ਕੋਲੋਂ ਸਵਾ ਮਣ ਪੱਕੇ ਅਨਾਜ ਦੇ ਪੀਸਣੇ ਪਸਾਏ ਜਾਂਦੇ, ਖਨੀ ਰੋਟੀ ਦਿੱਤੀ ਜਾਂਦੀ ਹੈ, ਪਿਆਲੀ ਪਾਣੀ ਤੇ ਗੁਜ਼ਾਰਾ ਕਰਵਾਇਆ ਜਾਂਦਾ ਹੈ। ਉਸ ਲਾਹੌਰ ਸ਼ਹਿਰ ਵਿੱਚ 18ਵੀਂ ਸਦੀ ਜ਼ੁਲਮ ਦੀ ਇੰਤਹਾ ਹੋ ਗਈ ਮੀਰ ਮਨੂੰ ਦੇ ਸਮੇਂ। ਕਿਸੇ ਨੇ ਪੜ੍ਹਿਆ ਹੋਵੇ ਇਤਿਹਾਸ, ਰੂਹ ਕੰਬ ਜਾਂਦੀ ਹੈ ਉਹ ਪੜ੍ਹ ਕਰਕੇ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਕਿਹੋ ਜਿਹਾ ਸਹਿ ਤੇ ਅਕਹੇ ਕਸ਼ਟ ਲਾਹੌਰ ਸ਼ਹਿਰ ਵਿੱਚ ਝੱਲੇ ਨੇ। ਸੋ ਬਹੁਤੇ ਵਿਦਵਾਨਾਂ ਦਾ ਖਿਆਲ ਤਾਂ ਇਹੀ ਹੈ ਕਿ ਲਾਹੌਰ ਸ਼ਹਿਰ ਵਾਸਤੇ ਸ਼ਬਦ ਕਿਹਾ ਕਿ ਲਾਹੌਰ ਸ਼ਹਿਰ ਹੁਣ ਅੰਮ੍ਰਿਤਸਰ ਬਣ ਗਿਆ ਹੈ, ਇਹ ਸਿਫਤੀ ਦਾ ਘਰ ਬਣ ਗਿਆ ਹੈ। ਤੇ ਜੇਕਰ ਲਾਹੌਰ ਸ਼ਹਿਰ ਸਿਫਤੀ ਦਾ ਘਰ ਸੀ ਤੇ ਫਿਰ ਪੰਜਵੇਂ ਸਰੂਪ ਦੇ ਵਿੱਚ ਉਹ ਸਿਫਤੀ ਦਾ ਘਰ ਫਿਰ ਕਿੱਥੇ ਗਿਆ ਸੀ? ਸਿਫਤੀ ਦਾ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਹੀ ਹੈ, ਜਿੱਥੇ 24 ਘੰਟੇ ਅਕਾਲ ਪੁਰਖ ਦੀ ਸਿਫਤ ਸਲਾਹ ਹੁੰਦੀ ਹੈ, ਅਕਾਲ ਪੁਰਖ ਦੀ ਇਬਾਦਤ ਹੁੰਦੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਅਸਥਾਨ ਤੇ। ਸੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ ਲਾਹੌਰ ਨਿਵਾਸੀਓ, ਲਾਹੌਰ ਸ਼ਹਿਰ ਵਾਸਤੇ ਅਸੀਂ ਜ਼ਹਿਰ ਬਚਨ ਨਹੀਂ ਕਹਿੰਦੇ ਅੱਜ ਤੋਂ। ਲਾਹੌਰ ਸ਼ਹਿਰ ਹੈ। ਦੂਜੇ ਪਾਸੇ ਸ੍ਰੀ ਅੰਮ੍ਰਿਤਸਰ ਸਿਫਤੀ ਦਾ ਘਰ, ਅੰਮ੍ਰਿਤਸਰ ਸਾਹਿਬ ਮਾਲਕ ਦੀ ਸਿਫਤ ਸਲਾਹ ਦਾ ਘਰ ਹੈ, ਵਾਹਿਗੁਰੂ ਦੀ ਇਬਾਦਤ ਦਾ ਘਰ ਹੈ, ਬਾਰਗਾਹ ਹੈ। ਇਹ ਸ਼ਲੋਕ ਕੈ ਸਰਾਪ ਮਿਟਾਇਓ, ਤਬ ਤੇ ਸਭ ਲੋਕਨ ਸੁਖ ਪਾਇਓ। ਇਹ ਬਚਨ ਕਹਿ ਕਰਕੇ ਲਾਹੌਰ ਨਿਵਾਸੀਆਂ ਦੇ ਮਨਾਂ ਦੇ ਜਿਹੜਾ ਡਰ ਭੈ ਸੀ ਨਾ ਕਿ ਗੁਰੂ ਨਾਨਕ ਦੇ ਪਾਤਸ਼ਾਹ ਨੇ ਲਾਹੌਰ ਨੂੰ ਸਰਾਪ ਦੇ ਦਿੱਤਾ ਹੈ। ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ, ਇਹ ਵਾਰਾਂ ਤੇ ਵਧੀਕ ਵਿੱਚ ਬਚਨ ਹੈ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ। ਲਾਹੌਰ ਸ਼ਹਿਰ ਦੇ ਪਰਥਾਏ ਨਾਲ ਹੀ ਲਿਖਿਆ ਮਹੱਲਾ ਤੀਜਾ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਸੋ ਇਹ ਜਿਹੜੇ ਬਚਨ ਕਹਿ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਸਰਾਪ ਦੂਰ ਕੀਤਾ। ਤਬ ਤੇ ਸਭ ਲੋਕਨ ਸੁਖ ਪਾਇਓ। ਭਾਈ ਸਾਹਿਬ ਕਹਿੰਦੇ ਜਿੰਨੇ ਗੁਰਸਿੱਖ ਪ੍ਰੇਮੀ ਸਨ, ਗੁਰੂ ਦੀ ਸਿੱਖਿਆ ਮੰਨਣ ਵਾਲੇ, ਹੋਰ ਗੁਰੂ ਘਰ ਵਿੱਚ ਆਸਥਾ ਰੱਖਣ ਵਾਲੇ ਸਾਰਿਆਂ ਨੇ ਸੁਖ ਪਾਇਆ। ਤਵ ਸੈ ਦੋ ਅਰ ਸਾਈਂ ਦਿੱਤਾ, ਸ਼੍ਰੀ ਅਰਜਨ ਸੋ ਮਿਲੇ ਪਵਿੱਤਾ। ਤਦੋਂ ਭਾਈ ਸੈਦੋ ਭਾਈ ਸਾਈਂ ਦਿੱਤਾ, ਸ਼੍ਰੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੂੰ ਮਿਲ ਕਰਕੇ ਪਵਿੱਤਰ ਹੋਏ। ਪਵਿੱਤਰ ਸਤਿਗੁਰੂ ਨੂੰ ਮਿਲ ਕੇ, ਨਿਰਮਲ ਸਤਿਗੁਰੂ ਦੀ ਸੰਗਤ ਕਰਕੇ ਪਵਿੱਤਰ ਜੀਵਨ ਵਾਲੇ ਬਣ ਗਏ। ਇਹ ਪ੍ਰਸੰਗ ਕਹਿ ਸਕਲ ਸੁਨਾਇਓ, ਲਵਪੁਰ ਕੇ ਨਰ ਗਨ ਬਰ ਪਾਇਓ। ਇਹ ਜਿਨ੍ਹਾਂ ਦਾ ਜ਼ਿਕਰ ਪਿੱਛੇ ਇਸ ਸਾਖੀ ਵਿੱਚ ਕੀਤਾ ਹੈ, ਸਾਈਂ ਦਿੱਤਾ, ਸੈਦੋ ਜਾਟ।
ਸੈਦੋ ਜਾਟ ਤੇ ਜਿਹੜਾ ਸਾਈਂ ਦਿੱਤਾ ਸੀ ਨਾ, ਇਹ ਪ੍ਰਸੰਗ ਇਹਨਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸੁਣਾਇਆ ਅੰਮ੍ਰਿਤਸਰ ਸਾਹਿਬ ਵਿਖੇ। ਹੁਣ ਕਈਆਂ ਦੇ ਮਨ ਵਿੱਚ ਸ਼ੱਕ ਪਿਆ ਹੋਵੇਗਾ ਕਿ ਇਤਿਹਾਸ ਤਾਂ ਸੁਣਾਇਆ ਜਾ ਰਿਹਾ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਵਿੱਚ, ਗੁਰੂ ਅਮਰਦਾਸ ਦੀ ਸਾਖੀ ਕਿੱਥੋਂ ਚੱਲ ਪਈ ਹੈ? ਕਿਉਂਕਿ ਧਿਆਨ ਆਸੇ-ਪਾਸੇ ਹੋ ਜਾਵੇ ਤੇ ਗੁਰੂ ਕੇ ਇਤਿਹਾਸ ਦੀ ਕਥਾ ਜਿਹੜੀ ਹੈ ਹੀ ਇਸ ਤਰ੍ਹਾਂ ਦੀ, ਇੱਕ ਦੋ ਪੰਕਤੀਆਂ ਹੀ ਆਸੇ-ਪਾਸੇ ਖਿਆਲ ਚਲਿਆ ਜਾਵੇ ਤੇ ਉਹ ਪ੍ਰਕਰਨ ਜਿਹੜਾ ਸਮਝ ਹੀ ਨਹੀਂ ਪੈਂਦਾ ਕਿ ਕਿਸ ਦੀ ਗੱਲ ਚੱਲ ਰਹੀ ਹੈ, ਕੌਣ ਕਿਹਨੂੰ ਕੀ ਕਹਿ ਰਿਹਾ ਹੈ, ਕਿਸ ਦੇ ਵਾਸਤੇ ਗੱਲ ਹੋ ਰਹੀ ਹੈ। ਇਤਿਹਾਸ ਦੀ ਕਥਾ ਸੁਣਨ ਵਾਸਤੇ ਮਨ ਦੀ ਇਕਾਗਰਤਾ, ਸਾਵਧਾਨਤਾ ਹੋਣੀ ਬੜੀ ਜ਼ਰੂਰੀ ਹੈ। ਇਹ ਕੋਈ ਸਾਖੀ ਤਾਂ ਹੈ ਨਹੀਂ ਕਿ ਸਿੱਧੀ ਸਾਖੀ ਸੁਣਾਈ ਜਾ ਰਹੀ, ਇੱਕ ਇੱਕ ਪੰਕਤੀ ਦਾ ਆਪਣਾ ਅਰਥ ਹੈ। ਇਹ ਦੋ ਸਿੱਖ ਜਿਨ੍ਹਾਂ ਦਾ ਸਾਖੀ ਦੀ ਰੰਭਤਾ ਦੇ ਵਿੱਚ ਜ਼ਿਕਰ ਕੀਤਾ ਸੀ, ਸਾਈਂ ਦਿੱਤਾ ਝੰਜੀ ਜੋਏ, ਸੈਦੋ ਜਾਟ ਲਵਪੁਰੀ ਸੋਏ, ਹੋਰ ਸਿੱਖਾਂ ਸਮੇਤ ਲਾਹੌਰ ਵਸਣ ਵਾਲੇ ਸਨ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲ ਆਏ ਸ੍ਰੀ ਅੰਮ੍ਰਿਤਸਰ ਸਾਹਿਬ। ਇਹਨਾਂ ਸਿੱਖਾਂ ਨੇ ਇਹ ਸਾਰੀ ਵਾਰਤਾ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸੁਣਾਈ ਹੈ, ਜਿਹੜੀ ਵਾਰਤਾ ਤੀਜੇ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਦੀ ਸੀ। ਇਹ ਸਿੱਖ ਬਜ਼ੁਰਗ ਸਨ। ਇਹਨਾਂ ਗੁਰਸਿੱਖਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਦੀ ਸੰਗਤ ਕੀਤੀ ਸੀ। ਇਹ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਵਰਸਾਏ ਹੋਏ ਸਿੱਖ ਸਨ, ਜਿਨ੍ਹਾਂ ਨੇ ਹੁਣ ਆ ਕੇ ਪੰਜਵੇਂ ਸਰੂਪ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਦੀਦਾਰ ਕੀਤੇ ਨੇ। ਇਹ ਪ੍ਰਸੰਗ ਕਹਿ ਸਕਲ ਸੁਣਾਇਓ। ਇਹ ਸਾਰਾ ਪ੍ਰਸੰਗ, ਇਹ ਸਾਰੀ ਵਾਰਤਾ ਕਹਿ ਕੇ ਇਹਨਾਂ ਗੁਰਸਿੱਖ ਪਿਆਰਿਆਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸੁਣਾਈ। ਲਵਪੁਰ ਕੇ ਨਰ ਗਨ ਬਰ ਪਾਇਓ, ਕਿ ਲਾਹੌਰ ਸ਼ਹਿਰ ਦੇ ਲੋਕਾਂ ਨੇ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਕੋਲੋਂ ਬੇਅੰਤ ਵਰ ਲਏ। ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲੋਂ ਬੇਅੰਤ ਬਖਸ਼ਿਸ਼ਾਂ ਲਈਆਂ। ਇਹ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਲਾਹੌਰ ਵਾਲੇ ਸਿੱਖ ਸੁਣਾ ਰਹੇ ਹਨ। ਹਮ ਆਏ ਤੁਮਰੀ ਸ਼ਰਣਾਈ, ਦਿਓ ਸ਼੍ਰੇ ਉਪਦੇਸ਼ ਬਨਾਈ। ਇਹਨਾਂ ਬੇਨਤੀ ਕੀਤੀ, ਮਹਾਰਾਜ ਹੁਣ ਤੁਹਾਡੀ ਸ਼ਰਨ ਆਏ ਹਾਂ, ਕਿਰਪਾ ਕਰੋ ਸਾਨੂੰ ਆਪਣਾ ਉਪਦੇਸ਼ ਬਖਸ਼ੋ। ਦਿਓ ਸ਼੍ਰੇ ਉਪਦੇਸ਼ ਬਣਾਈ, ਆਪਣਾ ਉਪਦੇਸ਼ ਬਣਾ ਕੇ ਦੇ ਕੇ ਮਹਾਰਾਜ ਸਾਡੀ ਕਲਿਆਣ ਕਰੋ, ਸਾਨੂੰ ਆਪਣੇ ਚਰਨਾਂ 'ਚ ਢੋਈ ਬਖਸ਼ੋ। ਸੁਨ ਸ਼੍ਰੀ ਅਰਜਨ ਤਿਨੋ ਉਚਾਰਾ, ਨਿਤ ਕੀਜੇ ਗੁਰ ਸ਼ਬਦ ਵਿਚਾਰਾ। ਇਹਨਾਂ ਪ੍ਰੇਮੀਆਂ ਦੀ ਬੇਨਤੀ ਸੁਣ ਕਰਕੇ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇਹਨਾਂ ਦੇ ਤਾਈਂ ਵਚਨ ਉਚਾਰਿਆ। ਕਹਿਣ ਲੱਗੇ, ਗੁਰਸਿੱਖੋ ਨਿਤ ਕੀਜੈ, ਨਿਤਾਂ ਪ੍ਰਤੀ ਕੀਜੈ, ਕਰਨਾ ਕਰੋ। ਕੀ ਕਰਿਆ ਕਰੋ? ਗੁਰ ਸ਼ਬਦ ਵਿਚਾਰਾ, ਗੁਰੂ ਸਾਹਿਬ ਜੀ ਦੇ ਸ਼ਬਦ ਬਾਣੀ ਦੀ ਵਿਚਾਰ ਕਰਿਆ ਕਰੋ। ਵਾਹਿਗੁਰੂ ਕਰ ਗਿਆਨ ਪਛਾਨੋ, ਨਿਰਗੁਣ ਸਰਗੁਣ ਇਕ ਕਰ ਜਾਨੋ। ਤੇ ਵਾਹਿਗੁਰੂ ਕਰ ਗਿਆਨ ਪਛਾਨੋ, ਗਿਆਨ ਸਰੂਪ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਪਛਾਨਣਾ ਕਰੋ, ਅਥਵਾ ਗੁਰੂ ਦੇ ਗਿਆਨ ਦੁਆਰਾ ਅਕਾਲ ਪੁਰਖ ਨੂੰ ਸਮਝਣਾ ਕਰੋ, ਪਰਮੇਸ਼ਰ ਨਾਲ ਸਾਂਝ ਪਾਵੋ। ਤੁਮਰੀ ਰਸਨਾ ਤੇ ਜੋ ਸੁਨੈ, ਤਿਸ ਕੋ ਭੀ ਮਨ ਦਰਵਹਿ ਸੁਗੁਨੈ। ਨਿਰਗੁਣ ਸਰਗੁਣ ਇੱਕ ਕਰ ਮਾਨੋ। ਵਾਹਿਗੁਰੂ ਦੇ ਦੋ ਸਰੂਪ ਨੇ, ਇੱਕ ਨਿਰਗੁਣ ਤੇ ਇੱਕ ਸਰਗੁਣ। ਦੋਵਾਂ ਸਰੂਪਾਂ ਨੂੰ ਇੱਕੋ ਹੀ ਕਰਕੇ ਮੰਨਣਾ ਕਰੋ ਕਿ ਦੋਵਾਂ ਵਿੱਚ ਉਹੀ ਵਰਤਦਾ ਹੈ। ਤੁਹਾਡੀ ਰਸਨਾ ਤੋਂ ਜਿਹੜਾ ਵੀ ਗੁਰੂ ਕੀ ਬਾਣੀ ਸੁਣੇਗਾ, ਉਪਦੇਸ਼ ਸੁਣੇਗਾ, ਤਿਸ ਕੋ ਭੀ ਮਨ ਦਰਵੇ ਸੋ ਗੁਣੈ, ਉਹਦਾ ਮਨ ਵੀ ਦਰਵ ਜਾਵੇਗਾ, ਪਿੰਗਲ ਜਾਵੇਗਾ। ਉਹ ਵੀ ਗੁਰੂ ਕੀ ਬਾਣੀ ਸ਼ਬਦ ਦੀ ਵਿਚਾਰ ਕਰੇਗਾ। ਜਨਮ ਮਰਨ ਮੈਂ ਬੋਰ ਨ ਆਵੋ, ਭਗਤ ਕਰੋ ਬ੍ਰਹਮ ਗਿਆਨ ਸੁਪਾਵੋ। ਜੰਮਨ ਮਰਨ ਦੇ ਬੰਧਨਾਂ ਵਿੱਚ ਦੁਬਾਰਾ ਤੁਸੀਂ ਨਹੀਂ ਆਵੋਗੇ। ਭਗਤੀ ਕਰੋ ਤੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰੋਗੇ, ਸੋ ਬ੍ਰਹਮ ਅਵਸਥਾ ਨੂੰ ਧਾਰਨ ਕਰ ਲਵੋਗੇ। ਸੁਨ ਦੋਨੋਂ ਪਦ ਬੰਧਨ ਕਰੀ, ਜਨਮ ਸਫਲ ਜਾਣਿਓ ਤਿਸ ਘਰੀ। ਸੁਣ ਕਰਕੇ ਇਹਨਾਂ ਦੋਵਾਂ ਪ੍ਰੇਮੀਆਂ ਨੇ ਗੁਰੂ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਬੰਦਨਾ ਕੀਤੀ। ਤਿਸ ਘੜੀ, ਉਸ ਘੜੀ ਇਹਨਾਂ ਜਾਣਿਆ ਕਿ ਜਨਮ ਸਫਲ, ਸਾਡਾ ਜਨਮ ਜਿਹੜਾ ਅੱਜ ਸਫਲਾ ਹੋ ਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਕਰ ਲਏ, ਜੀਵਨ ਦੀ ਯਾਤਰਾ ਸਫਲ ਹੋ ਗਈ। ਅੱਗੇ ਭਾਈ ਸਾਹਿਬ ਨਵੀਂ ਸਾਖੀ ਸੁਣਾ ਰਹੇ ਨੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫੀ ਸਤਿਗੁਰੂ ਜੀ। ਗੁਰੂ ਕੀ ਸੰਗਤ ਬਖਸ਼ਨਹਾਰ ਜੀ ਬਖਸ਼ ਲੈਣਾ, ਸਮਤ ਬਖਸ਼ਣੀ, ਅੱਗੇ ਵਾਸਤੇ ਕਿਰਪਾ ਕਰਨੀ ਜੀ। ਅੰਤਲੀਆਂ ਪੰਕਤੀਆਂ ਪੜ੍ਹਦਿਆਂ ਵਾਹਿਗੁਰੂ ਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਸੁਨ ਦੋਨੋਂ ਪਦ ਬੰਧਨ ਕਰੀ, ਜਨਮ ਸਫਲ ਜਾਣਿਓ ਤਿਸ ਘਰੀ।
ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣਤਾਸ ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕਾ ਹੈ ਗੋਬਿੰਦ ਹੈ ਗੁਣ ਨਿਧਾਨ
ਦਾਨ ਲਾਖੋ ਹੀਐ ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਾਰ ਮਨ ਬਸਤ ਨਾਨਕ ਊਤ ਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਦਾ ਕਾਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਜੋ ਸ਼ਰਦਾ ਕਾਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ